सतनाम वाहिगुरु साहिब जियो। चरपट छंद तव प्रसाद, सर्वं हंता सर्वं गंता, सर्वं ख्याता सर्वं ज्ञाता, सर्वं हंता सर्वं गंता, सर्वं ख्याता सर्वं ज्ञाता, सर्वं हर्ता सर्वं कर्ता, सर्वं प्राणं सर्वं त्राणं, सर्वं कर्मं सर्वं धर्मं, सर्वं जुगता सर्वं मुक्ता, सर्वं कर्मं सर्वं धर्मं, सर्वं जुगता सर्वं मुक्ता। वाहिगुरु जी का खालसा, वाहिगुरु जी की फतेह। गरीब नवाज सच्चे पातशाह दीन दुनिया दे मालक शब्द गुरु श्री गुरु ग्रंथ साहिब जी दे पावन पवित्र चरना अंदर जुड़ बैठे गुरु सवारे सतसंगी जनों, आप जी ने जाप साहिब दी पवित्र बाणी दे कुछ शंत जो कि गुरु गोबिंद सिंह पातशाह जी दे पावन मुखार बिंद तो उच्चारण की हुई बाणी है, इन्हां विचों कुछ शंत सरवण कीते हैं। इस सारी बाणी अंदर हजूर ने अकाल पुरख दे गुण, उहदा स्वरूप किवें दा है, क्योंकि उहदा शरीर तां कोई है नहीं। शुरू विच दस दिता चक्कर चिहन अर बरन जात अर पात नहन जे, शरीर तो है नहीं। फिर ऐसे अकाल पुरख की की होंद मन्नी जाए, उहदे वजूद नूं किवें मन्निया जाए भी वो है। भावें वो अपने आप कायम है सहभंग, भावें उन्होंने कोई जाने भावें ना जाने, वो तो है। पर जिहड़े आपां उहनूं जपण वाले लोग हाँ, इन्हां वास्ते कोई ना कोई तो तस्वीर, कोई वजूद, कोई होंद, कोई तो कोई प्रतीति उन्होंने चाहिए जिहदे उत्ते वो काम कर सकन, जिहदे द्वारा उहदी खोज कर सकन। कोई ना कोई संकेत इशारा सिग्नल मिलना चाहिए। वैसे वो किवें उन्होंने जपिया जा सकेगा, उन्होंने याद किया जा सकेगा। इसे करके गुरु कलगियां वाले ने कठिन कारज है बहुत कि अरूप नूं रूपमान करना। जिहड़ा अरूप है ना दिसन वाला है, जिन्हों ये अख नहीं वेख सकती, ऐसी महान शक्ति अकाल पुरख वाहिगुरु जिहड़ा अरूप है, जिहदी कोई तस्वीर नहीं, उन्होंने जग्यासू वास्ते अपने गुरसिखां वास्ते उन्होंने रूपमान करना शब्दां विच, अखरां दे अंदर उहदी तस्वीर बनाउणी। जिवें आपां कोई आदमी किसी दूर थां तो हो के आउंदा है, दूर थां दी यात्रा करके आउंदा है, ते जदों वो वापस अपने घर मुड़दा है ते उथों दी सारी तस्वीर नूं किवें बयान करदा है, अखरां विच बोल के दसदा भी इस तरह है, इस तरह है। तां
ਇਹ ਵੀ ਇੱਕ ਸਤਿਗੁਰੂ ਉਸ ਦੇਸ਼ ਦੇ ਵਾਸੀ ਨੇ ਜਿਹਨੂੰ ਕਹਿੰਦੇ ਨੇ ਅਕਾਲ ਦਾ ਦੇਸ਼, ਜਿਹਨੂੰ ਕਹਿੰਦੇ ਨੇ ਅਕਾਲ ਪੁਰਖ ਦੀ ਦੁਨੀਆ। ਉੱਥੋਂ ਦਾ ਨਿਵਾਸ ਉਹਨਾਂ ਕੋਲ ਹੈ, ਉੱਥੇ ਉਹਨਾਂ ਦੀ ਰਿਹਾਇਸ਼ ਹੈ, ਉੱਥੇ ਉਹ ਰਹਿੰਦੇ ਨੇ। ਪਰ ਇੱਧਰ ਸਾਡੇ ਵਿੱਚ ਵੀ ਰਹਿੰਦੇ ਨੇ ਦੋਵਾਂ ਪਾਸੇ। ਤਾਂ ਉਹਨਾਂ ਦਾ ਇਹ ਯਤਨ ਹੈ ਉਸ ਰੱਬ ਦੀ ਤਸਵੀਰ ਨੂੰ, ਵਜੂਦ ਨੂੰ ਸ਼ਬਦਾਂ ਵਿੱਚ ਪਾ ਕੇ ਸਿੱਖ ਦੇ ਸਾਹਮਣੇ ਰੱਖਿਆ ਜਾਏ, ਤਾਂ ਕਿ ਉਹਨੂੰ ਸੁਣ ਕੇ ਉਹਦੇ ਮਨ ਦੇ ਵਿੱਚ ਚਾਉ ਪੈਦਾ ਹੋ ਜਾਏ। ਵੈਸੇ ਦੋ ਸਰੂਪ ਕਲਗੀਆਂ ਵਾਲੇ ਨੇ ਦੱਸੇ, ਇੱਕ ਤੇ ਸਿੱਧਾ, ਇੱਕ ਸਤਿਗੁਰੂ ਨੇ ਕਿਹਾ ਵੀ ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾ ਹੈ। ਇੱਕ ਰੱਬ, ਰੱਬ ਦਾ ਪਿਆਰਾ, ਦੋਵੇਂ ਇੱਕੋ ਹੀ ਨੇ। ਇਹਦੇ ਵਿੱਚ ਕਹਿੰਦੇ ਵਿਚਾਰ ਕਰਨ ਵਾਲੀ ਕੋਈ ਗੱਲ ਨਹੀਂ ਹੈ, ਵੀ ਸੋਚਣ ਵਾਲੀ, ਸ਼ੰਕੇ ਵਾਲੀ ਜਾਂ ਵਹਿਮ ਵਾਲੀ ਕੋਈ ਗੱਲ ਨਹੀਂ। ਇਹ ਯਾਨੀ ਕਿ 100% ਸੱਚ ਹੈ। ਇਹ ਪੂਰੀ ਤਰ੍ਹਾਂ ਇੱਕ ਸੋਧਿਆ ਹੋਇਆ ਸੱਚ ਹੈ ਕਿ ਹਰ ਹਰ ਜਨ ਦੋਏ ਏਕ ਹੈ। ਇੱਕ ਤੇ ਸੌਖਾ ਤਰੀਕਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ, ਬਹੁਤ ਸੌਖਾ ਹੈ, ਕਿ ਉਹ ਜਿਹੜਾ ਸਰੀਰ ਹੈ ਜਿਹਦੇ ਅੰਦਰ ਉਹਦਾ ਨਿਵਾਸ ਹੈ, ਉਹਦੇ ਵਿੱਚ ਤੇ ਰੱਬ ਵਿੱਚ ਕੋਈ ਅੰਤਰ ਨਹੀਂ। ਇਉਂ ਕਹਿ ਲਵੋ ਵੀ ਉਹਦਾ ਰੂਪ ਨਹੀਂ ਤੇ ਇੱਧਰ ਇਹਦਾ ਰੂਪ ਹੈ। ਸੰਤ ਤੁਜੀ ਤਨ ਸੰਗਤ ਪ੍ਰਾਣ। ਜਿਹੜੇ ਸੰਤ ਦਾ ਅਰਥ ਹੈ ਗੁਰਮੁਖ, ਰੱਬ ਦੇ ਪਿਆਰੇ ਭਗਤ ਜਨ। ਤੁਜੀ ਤਨ, ਤਨ ਦਾ ਅਰਥ ਸਰੀਰ ਵੀ ਹੈ, ਤਨ ਦਾ ਅਰਥ ਤਨੁਜ ਦਾ ਅਰਥ ਪੁੱਤਰ ਵੀ ਹੈ। ਕਹਿੰਦੇ ਇਹ ਹੀ ਉਹਦਾ ਸਰੀਰ ਨੇ, ਇਹ ਉਹਦੇ ਪੁੱਤਰ ਨੇ, ਉਹਦੇ ਵਿੱਚੋਂ ਆਏ ਨੇ। ਪਿਤਾ ਦੀ ਪਹਿਚਾਣ ਪੁੱਤਰ ਤੋਂ ਹੁੰਦੀ ਹੈ। ਪਿਤਾ ਦਾ ਨਾਮ ਪੁੱਤਰ ਕਰਕੇ ਪਿਤਾ ਦਾ ਨਾਮ ਸੰਸਾਰ ਵਿੱਚ ਹੁੰਦਾ ਹੈ। ਭਗਤਾਂ ਜਨਾਂ ਦੇ ਕਰਕੇ ਉਹਦੀ ਵਿਚਾਰ ਸੰਸਾਰ ਵਿੱਚ ਚੱਲਦੀ। ਇਸ ਕਰਕੇ ਕਹਿੰਦੇ ਸਭ ਤੋਂ ਸੌਖਾ ਰਾਹ ਉਹਨੂੰ ਯਾਦ ਕਰਨ ਦਾ, ਕਿ ਉਹਨਾਂ ਦੇ ਦੀਦਾਰ ਕਰ ਜਿਨ੍ਹਾਂ ਦੇ ਮਨ ਦੇ ਵਿੱਚ ਨਿਵਾਸ ਹੈ। ਬੜਾ ਸਰਲ ਤਰੀਕਾ ਹੈ, ਬੜਾ ਸੌਖਾ ਹੈ, ਪਰ ਇਹਦੇ ਵਾਸਤੇ ਭਾਵਨਾ ਅਤ ਵੱਡੀ ਚਾਹੀਦੀ। ਬੰਦੇ ਤੇ ਆਦਮੀ ਦੇ ਮਨ ਵਿੱਚ ਸ਼ੰਕੇ ਨੇ। ਜਿਹਨੂੰ ਤੁਸੀਂ ਹਰ ਹਰ ਜਨ ਕਹਿਣਾ ਹੈ, ਉਹ ਵੀ ਤੇ ਸਰੀਰ ਧਾਰੀ ਹੈ ਨਾ, ਉਹ ਵੀ ਤੇ ਸਰੀਰ ਧਾਰੀ ਹੈ। ਉਹਦੇ ਸਰੀਰ ਦੇ ਗੁਣ ਨੇ, ਤੇ ਸਰੀਰ ਧਾਰੀ ਜਿਹੜਾ ਉਹਨੂੰ ਸਰੀਰ ਧਾਰੀ ਵੇਖੇਗਾ ਤੇ ਸ਼ੰਕੇ ਪੈਦਾ ਹੋਣਗੇ। ਇਸ ਲਈ ਗੁਰੂ ਸਾਹਿਬ ਨੇ ਇੱਕ ਤਰੀਕਾ ਦੱਸ ਦਿੱਤਾ। ਕਹਿੰਦੇ ਨੇ ਤੂੰ ਚਿੱਤ ਤੇ ਲਾਉਣਾ ਹੈ ਸਤਿਗੁਰੂ ਨਾਲ, ਤੇ ਦੋਸਤੀ ਪਾਉਣੀ ਹੈ ਗੁਰਮੁਖ ਨਾਲ। ਬੜਾ ਚੋਣ ਮਾਰਾ, ਬੜਾ ਸੋਚ ਸਮਝ ਕੇ, ਬੜੇ ਢੰਗ ਨਾਲ ਕਿਹਾ। ਕਹਿੰਦੇ ਮਿੱਤਰਤਾ ਪਾ ਲੈ ਗੁਰਮੁਖ ਨਾਲ, ਚਿੱਤ ਲਾ ਲੈ ਸਤਿਗੁਰੂ ਦੇ ਨਾਲ। ਇਹ ਖਿਆਲ ਕਰ, ਤਰੀਕਾ ਲੱਭ। ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ। ਸਤਿਗੁਰੂ ਕੌਣ ਹੈ? ਸਤ ਦਾ ਮਤਲਬ ਹੈ ਸਦਾ ਕਾਇਮ ਰਹਿਣ ਵਾਲਾ, ਗੁਰੂ ਦਾ ਮਤਲਬ ਗੁਰੂ। ਉਹ ਗੁਰੂ ਜਿਹੜਾ ਸਦਾ ਹੀ ਕਾਇਮ ਰਹਿੰਦਾ। ਸਤਿਗੁਰੂ ਦਾ ਮਤਲਬ ਇਹ ਹੈ ਕਿ ਜਿਹੜਾ ਸਦੀਵ ਕਾਇਮ ਹੈ, ਉਹ ਸ਼ਬਦ ਹੈ। ਸ਼ਬਦ ਗੁਰੂ ਹੀ ਸਦੀਵ ਕਾਇਮ ਰਹਿਣ ਵਾਲਾ ਹੈ। ਤਾਂ ਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕਿਹਾ ਗਿਆ ਵੀ ਜੁਗੋ ਜੁਗ ਅਟਲ ਗੁਰੂ, ਸਦਾ ਹੀ ਕਾਇਮ ਰਹਿੰਦੇ। ਤਾਂ ਗੁਰਮੁਖ ਨਾਲ ਦੋਸਤੀ ਜ਼ਰੂਰ ਕਰ। ਉਹਦੀ ਸੰਗਤ ਦੇ ਨਾਲ ਤੈਨੂੰ ਉਹਦੀ ਤਸਵੀਰ ਲੱਭੇਗੀ, ਉਹਦੇ ਜੀਵਨ ਵਿੱਚੋਂ ਤੈਨੂੰ ਉਹਦੇ ਦੀਦਾਰ ਹੋਣਗੇ। ਉਹਦੇ ਵਿੱਚੋਂ ਤੂੰ ਅਕਾਲ ਪੁਰਖ ਦੀ ਕਹਿੰਦੇ ਉਹਦੀਆਂ ਤਰੰਗਾਂ ਨੂੰ ਮਹਿਸੂਸ ਕਰ ਲਵੇਂਗਾ ਤੇ ਤੈਨੂੰ ਵੀ ਰਾਹ ਮਿਲ ਜਾਏਗਾ। ਇਹ ਵੀ ਇੱਕ ਸੌਖਾ ਰਸਤਾ ਸਤਿਗੁਰੂ ਨੇ ਬਾਣੀ ਵਿੱਚ ਦਰਸਾਇਆ ਹੈ। ਪਰ ਅੱਜ ਦੇ ਸ਼ਬਦਾਂ ਅੰਦਰ ਸਾਧ ਸੰਗਤ, ਸਤਿਗੁਰੂ ਨੇ ਅਕਾਲ ਪੁਰਖ ਦੀ ਇੱਕ ਤਸਵੀਰ, ਇੱਕ ਹੋਂਦ ਇਹਨਾਂ ਬਚਨਾਂ ਦੇ ਵਿੱਚ ਖਿੱਚੀ ਹੈ। ਕਹਿੰਦੇ ਮੈਂ ਅਕਾਲ ਪੁਰਖ ਨੂੰ ਦੇਖਿਆ ਕੀ ਕਰਦਾ ਹੈ। ਕਹਿੰਦੇ ਸਰਬੰ ਹੰਤਾ। ਹੰਤਾ ਇਹ ਸ਼ਬਦ ਹੱਤਿਆ ਤੋਂ ਬਣਿਆ ਹੈ। ਹੱਤ ਦਾ ਅਰਥ ਹੈ ਮਾਰਨਾ, ਹੱਤਿਆ ਦਾ ਅਰਥ ਹੈ ਹੱਤਿਆ ਕਰਨੀ। ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਏਗਾ। ਸਾਹਿਬ ਕਹਿੰਦੇ ਨੇ
ਇਹ ਜਿੰਨੇ ਸੰਸਾਰ ਦੇ ਵਿੱਚ ਸੰਗੀਤ ਨੇ ਇਹ ਕਿਵੇਂ ਨਿਕਲਦੇ ਨੇ? ਸਾਰੇ ਸੰਗੀਤ, ਤਬਲਾ ਵੱਜਦਾ ਹੈ, ਕਿਵੇਂ ਨਿਕਲਦਾ ਹੈ? ਤਬਲੇ ਦੇ ਉੱਤੇ ਉਹਨੂੰ ਮਾਰਿਆ ਜਾਂਦਾ ਹੈ, ਹੱਥ ਕੀਤਾ ਜਾਂਦਾ ਹੈ, ਉਹਦੇ ਉੱਤੇ ਉਂਗਲਾਂ ਵੱਜਦੀਆਂ ਨੇ ਤੇ ਸੰਗੀਤ ਨਿਕਲਦਾ। ਪਰ ਸਤਿਗੁਰੂ ਨੇ ਇੱਕ ਬਚਨ ਕਿਹਾ, ਕਹਿੰਦੇ ਬਾਜੇ ਅਨਹਤ ਬਾਣੀ। ਕੋਈ ਇਸ ਤਰ੍ਹਾਂ ਦਾ ਸਾਜ਼ ਸਾਡੇ ਜੀਵਨ ਦੇ ਵਿੱਚ ਲੁਕਿਆ ਹੋਇਆ ਹੈ ਜਿਹੜਾ ਬਿਨਾਂ ਵਜਾਉਣ ਤੋਂ ਵੱਜਦਾ ਹੈ। ਇਹ ਤਾਂ ਢੋਲ ਜਿਹੜਾ ਹੈ ਤੇ ਜਿਹੜਾ ਜੋੜੀ ਹੈ ਇਹਦੇ ਉੱਤੇ ਤੇ ਕੋਈ ਹੱਥ ਕਰੇਗਾ, ਮਾਰੇਗਾ ਹੱਥ ਤੇ ਤਾਂ ਵੱਜੇਗਾ ਨਾ। ਸਤਿਗੁਰੂ ਨੇ ਕਿਹਾ ਅਨਹਤ ਬਾਣੀ। ਇਹ ਅਨਹਤ ਦਾ ਮਤਲਬ ਹੈ ਬਿਨਾਂ ਵਜਾਉਣ ਤੋਂ ਵੱਜਣ ਵਾਲਾ ਸਾਜ਼ ਜਿਹੜਾ ਮਨੁੱਖੀ ਜੀਵਨ ਦੇ ਵਿੱਚ ਪਿਆ ਹੈ। ਵਜਾਉਣਾ ਨਹੀਂ ਪੈਂਦਾ, ਵੱਜ ਹੀ ਰਿਹਾ ਹੈ, ਵਜਾਉਣਾ ਨਹੀਂ ਪੈਂਦਾ ਉਸ ਨੂੰ। ਹੋਰ ਬਚਨ ਕੀਤੇ ਭਗਤ ਜੀ ਕਹਿੰਦੇ ਅਨ ਮੜਿਆ ਮੰਦਲ ਬਾਜੈ। ਮੇਰੇ ਸਰੀਰ ਵਿੱਚ ਕਹਿੰਦੇ ਇੱਕ ਅਨਮੜਿਆ ਹੋਇਆ ਮੰਦਲ ਦਾ ਅਰਥ ਹੈ ਢੋਲ ਵੱਜ ਰਿਹਾ ਹੈ। ਤੁਸੀਂ ਆਪ ਵਜਾਉਂਦੇ ਹੋ? ਕਹਿੰਦੇ ਨਹੀਂ, ਵਜੀ ਜਾ ਰਿਹਾ ਹੈ, ਰੁਕਦਾ ਹੀ ਨਹੀਂ, ਦਿਨ ਰਾਤ ਸੁੱਤਿਆਂ ਜਾਗਦੇ ਆ। ਫਿਰ ਉਹ ਕਹਿੰਦੇ ਇੱਕ ਬਾਰਿਸ਼ ਵੀ ਪੈ ਰਹੀ ਹੈ, ਇੱਕ ਬੱਦਲ ਵੀ ਗੱਜਦਾ ਹੈ। ਇਹ ਸਾਰੇ ਸੰਕੇਤ ਦਿੱਤੇ ਨੇ। ਕਹਿੰਦੇ ਢੋਲ ਵੀ ਵੱਜਦਾ ਹੈ ਔਰ ਕਹਿੰਦੇ ਬੱਦਲ ਦੀ ਗਰਜਨਾ ਵੀ ਹੈ, ਬੱਦਲ ਗੱਜਦਾ ਹੈ ਤੇ ਕਹਿੰਦੇ ਕਣੀਆਂ ਵੀ ਪੈਂਦੀਆਂ ਨੇ, ਬਾਰਿਸ਼ ਵੀ ਪੈਂਦੀ। ਸੰਕੇਤ ਦਿੱਤੇ ਅਨਮੜਿਆ ਮੰਦਲ ਬਾਜੈ ਬਿਨ ਸਾਵਨ ਗਨ ਹਰ ਗਾਜੈ। ਸਾਵਣ ਹੈ ਕੋਈ ਨਹੀਂ, ਉੱਪਰ ਅੱਖ ਚੁੱਕ ਕੇ ਵੇਖਨੇ ਆ ਤੇ ਆਕਾਸ਼ ਵਿੱਚ ਬੱਦਲ ਕੋਈ ਨਹੀਂ। ਪਰ ਭਗਤ ਜੀ ਕਹਿੰਦੇ ਫਿਰ ਵੀ ਇੱਕ ਬੱਦਲ ਗਰਜ ਰਿਹਾ, ਅੰਦਰ ਆਵਾਜ਼ ਆ ਰਹੀ ਹੈ ਅਕਾਲ ਪੁਰਖ ਦੀ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਤੇਰੇ ਮੂੰਹ ਵਿੱਚੋਂ ਇੱਕ ਆਵਾਜ਼ ਨਿਕਲ ਰਹੀ ਹੈ, ਇੱਕ ਸਾਜ਼ ਨਿਕਲ ਰਿਹਾ ਹੈ, ਇੱਕ ਕੀਰਤਨ ਨਿਕਲ ਰਿਹਾ ਹੈ। ਤਾਂ ਹੀ ਗੁਰੂ ਸਾਹਿਬ ਨੇ ਇਹ ਸਭ ਤੋਂ ਸਰਲ ਜਿਹੜਾ ਤਰੀਕਾ ਸੀ ਉਹ ਕੀਰਤਨ ਦੱਸਿਆ। ਤੇ ਇਹ ਵੀ ਕਹਿ ਦਿੱਤਾ, ਕਹਿਣ ਲੱਗੇ ਕਲਯੁਗ ਦੇ ਵਿੱਚ ਜਿੰਨੇ ਸਾਧਨ ਨੇ, ਜਿੰਨੇ ਤਰੀਕੇ ਨੇ ਅਕਾਲ ਪੁਰਖ ਦੀ ਬੰਦਗੀ ਦੇ, ਕੋਈ ਜਪੇ, ਕੋਈ ਪਾਠ ਕਰੇ, ਕੋਈ ਸਮਝੇ ਪੜ੍ਹ ਕੇ, ਕੁਝ ਹੋਰ ਕਰੇ, ਇਹਨਾਂ ਸਾਰਿਆਂ ਦਾ ਜਿਹੜਾ ਪ੍ਰਧਾਨ ਸਾਧਨ ਹੈ, ਜਿਹੜਾ ਵੱਡਾ ਹੈ, ਉਹ ਕੀਰਤਨ ਹੈ। ਬਚਨ ਕੀਤਾ ਕਹਿੰਦੇ ਇਹ ਸਾਧਨ ਸਭ ਤੋਂ ਵੱਡਾ ਹੈ ਕੀਰਤਨ। ਕਲਯੁਗ ਮੈਂ ਕੀਰਤਨ ਪ੍ਰਧਾਨਾ। ਕਲਯੁਗ ਵਿੱਚ ਕੀਰਤਨ ਪ੍ਰਧਾਨ ਹੈ, ਪਰ ਇਹ ਸਾਨੂੰ ਕੰਮ ਦੇਗਾ, ਇਹ ਕੋਈ ਪੱਕੀ ਗੱਲ ਨਹੀਂ। ਗੱਲ ਕਹਿਣ ਨਾਲ ਨਹੀਂ ਮੁੱਕਦੀ, ਖਿਆਲ ਰੱਖਣਾ। ਮੈਂ ਅੱਗੇ ਬੋਲ ਦਿਆਂਗਾ ਕਲਯੁਗ ਮੈਂ ਕੀਰਤਨ ਪ੍ਰਧਾਨਾ, ਤੁਸੀਂ ਪਿੱਛੇ ਬੋਲ ਦਿਓਗੇ, ਪਰ ਪੂਰੀ ਪੰਕਤੀ ਹੈ ਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ। ਇਹ ਕੀਰਤਨ ਜਪਣ ਵਾਲਾ ਹੈ, ਕੋਈ ਵੀ ਜਪ ਸਕਦਾ। ਜਪੀਐ ਲਾਏ ਧਿਆਨਾ, ਧਿਆਨ ਲਾ ਕੇ ਜਪੇ, ਯਾਨੀ ਕਿ ਜਿਹੜਾ ਮਨੁੱਖ ਜਪਦਾ ਹੈ ਤੇ ਉਹਦੇ ਵਿੱਚ ਧਿਆਨ ਲਾਉਂਦਾ ਹੈ, ਦੋ ਕੰਮ ਇਕੱਠੇ ਕਰ ਲੈਂਦਾ ਹੈ, ਉਹ ਕੀਰਤਨ ਹੀ ਹੋ ਜਾਂਦਾ ਪਰਮਾਤਮਾ ਦੇ ਦਰ ਦਾ। ਇੱਕ ਤਾਂ ਕੀਰਤਨ ਸਟੇਜ ਦਾ ਹੈ ਨਾ, ਇਹ ਵੀ ਚੰਗਾ ਹੈ। ਇਹ ਕੀਰਤਨ ਹੈ ਜਿਹੜਾ ਰਵਾਇਤ ਦੇ ਅੰਦਰ ਹੈ, ਮਰਿਆਦਾ ਦੇ ਅੰਦਰ ਕੋਈ ਰਾਗ ਵਿੱਚ ਗਾਉਂਦਾ ਹੈ। ਪਰ ਇਹਦਾ ਅਰਥ ਇਹ ਨਹੀਂ ਕਿ ਜਿਹਨੂੰ ਰਾਗ ਨਹੀਂ ਆਉਂਦਾ, ਜਿਸ ਨੂੰ ਗਾਉਣਾ ਨਹੀਂ ਆਉਂਦਾ, ਉਹ ਕੀਰਤਨ ਨਹੀਂ। ਸਾਹਿਬ ਕਹਿੰਦੇ ਜਿਹੜੇ ਪਿਆਰ ਨਾਲ ਜਪਦੇ ਨੇ ਉਹ ਵੀ ਤੇ ਕੀਰਤਨ ਹੀ ਨੇ ਰੱਬ ਦੇ। ਉਹਦਾ ਪਿਆਰ ਨਾਲ ਉਹਨੂੰ ਗਾਉਂਦੇ ਨੇ, ਜਪਦੇ ਨੇ। ਤਾਂ ਸਭ ਤੋਂ ਵੱਡਾ ਸਾਧਨ ਕਲਯੁਗ ਵਿੱਚ ਕੀਰਤਨ ਹੈ, ਹੋਰ ਕੋਈ ਸਾਧਨ ਨਹੀਂ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਜਿਹੜਾ ਬਚਨ ਕੀਤਾ ਹੰਤਾ ਸਰਬੰਗ ਹੰਤਾ, ਸਾਰਿਆਂ ਦੇ ਉੱਤੇ ਤੇਰਾ ਹੱਥ ਹੈ, ਸਾਰਿਆਂ ਦੇ ਧੱਕੇ ਨਾਲ ਉਹਨਾਂ ਦੀ ਜ਼ਿੰਦਗੀ ਦਾ ਢੋਲ ਵੱਜ ਰਿਹਾ ਹੈ। ਹੰਤਾ ਦੇ ਅਰਥ ਨੇ ਹਤਨਾ, ਯਾਨੀ ਕਿ ਵਜਾਉਣਾ। ਇਹਦੇ ਅਰਥ ਵਿਦਵਾਨਾਂ ਨੇ ਹੱਤਿਆ ਕਰਨੀ, ਮਾਰਨਾ ਵੀ ਲਿਖਿਆ, ਇਹ ਵੀ ਅਰਥ ਚੱਲਦੇ ਨੇ। ਪਰ ਇੱਥੇ ਅਰਥ ਨੇ ਕਿ ਜਿੰਨੇ ਸਰੀਰ ਨੇ ਉਹ ਪਰਮਾਤਮਾ ਦੇ ਢੋਲ ਨੇ, ਸੰਗੀਤ ਸਾਜ਼ ਨੇ,
ਸਾਰਿਆਂ ਨੂੰ ਆਪਣੀਆਂ ਉਂਗਲਾਂ ਨਾਲ ਵਜਾਈ ਜਾਂਦਾ ਹੈ। ਬਾਬਾ ਫਰੀਦ ਜੀ ਨੇ ਇਹਦੇ ਸੰਬੰਧ ਵਿੱਚ ਬੜਾ ਸੋਹਣਾ ਇੱਕ ਬਚਨ ਕੀਤਾ। ਕਹਿੰਦੇ ਫਰੀਦਾ ਦੁਨੀ ਵਜਾਈ ਵੱਜਦੀ, ਇਹ ਸਾਰੀ ਦੁਨੀਆ ਰੱਬ ਦੀ ਵਜਾਈ ਵੱਜ ਰਹੀ ਹੈ। ਇਹ ਸੋਚਦੇ ਨੇ ਅਸੀਂ ਆਪ ਵੱਜ ਰਹੇ ਹਾਂ। ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਵੀ ਬੰਦੇ ਨੇ ਇਹ ਕੀਤੀ ਹੈ। ਮੂਰਖਤਾ ਵੀ ਇਹ ਹੈ, ਝੱਲਾਪਣ ਵੀ ਇਹ ਹੈ, ਕਮਲਾਪਣ ਵੀ ਇਹ। ਉਹ ਕਿਹੜਾ? ਉਹ ਇਹ ਹੈ ਵੀ ਕੋਈ ਢੋਲ ਵਜਾਉਣ ਵਾਲਾ ਢੋਲ ਨੂੰ ਵਜਾ ਰਿਹਾ ਸੀ, ਢੋਲ ਵੱਜ ਰਿਹਾ ਸੀ ਤੇ ਕੋਈ ਨੇੜੇ ਜਾ ਕੇ ਖੜਾ ਹੋ ਗਿਆ, ਉਹਨੇ ਕਹਿ ਦਿੱਤਾ ਢੋਲ ਨੂੰ ਵੀ ਤੈਨੂੰ ਬੜਾ ਸੋਹਣਾ ਵਜਾਇਆ ਜਾ ਰਿਹਾ। ਉਹ ਕਹਿੰਦੇ ਕੌਣ ਵਜਾਉਂਦਾ ਹੈ? ਮੈਂ ਤੇ ਆਪ ਹੀ ਵੱਜ ਰਿਹਾ। ਵਜਾਉਣ ਵਾਲਾ ਭੁੱਲ ਗਿਆ। ਹੁਣ ਉਸ ਢੋਲ ਨੂੰ ਤੁਸੀਂ ਕਿਹੜੇ ਸ਼ਬਦਾਂ ਨਾਲ ਸੰਬੋਧਨ ਕਰੋਗੇ? ਮੂਰਖ ਕਹਿ ਲਓ ਤਾਂ ਵੀ ਚੰਗੀ ਗੱਲ, ਝੱਲਾ ਕਹਿ ਲਓ ਤਾਂ ਵੀ, ਕਿਉਂਕਿ ਉਹਨੇ ਇੱਕ ਕਮਲ ਤੁਹਾਡੇ ਸਾਹਮਣੇ ਰੱਖਿਆ, ਕਮਲਾਪਣ, ਝੱਲਾਪਣ ਰੱਖਿਆ। ਉਹਨੇ ਮੂਰਖਤਾ ਕਰ ਲਈ, ਕਹਿੰਦਾ ਮੈਂ ਤੇ ਆਪ ਹੀ ਵੱਜ ਰਿਹਾ, ਜਦ ਕਿ ਉਹ ਵਜਾਉਣ ਵਾਲੇ ਦੇ ਡਗੇ ਨਾਲ ਵੱਜਦਾ ਪਿਆ। ਸਤਿਗੁਰੂ ਦੇ ਕਹਿਣ ਦਾ ਭਾਵ ਇਹ ਮਨੁੱਖ ਦੇ ਜੀਵਨ ਦੀ ਜਿੱਥੇ ਹੋਰ ਬੜੀਆਂ ਵੱਡੀਆਂ ਗਲਤੀਆਂ ਨੇ, ਕਈ ਵਾਰੀ ਅਸੀਂ ਪੁੱਛਦੇ ਹਾਂ ਵੀ ਤੁਸੀਂ ਕੋਈ ਗਲਤੀ ਤਾਂ ਨਹੀਂ ਕੀਤੀ? ਅਸੀਂ ਕਹਿੰਦੇ ਨਾ ਜੀ ਕੋਈ ਗਲਤੀ ਨਹੀਂ ਕੀਤੀ, ਕੀੜੀ ਪੈਰ ਥੱਲੇ ਨਹੀਂ ਆਈ, ਝੂਠ ਅਸੀਂ ਨਹੀਂ ਬੋਲਿਆ, ਨਸ਼ਾ ਅਸੀਂ ਨਹੀਂ ਖਾਧਾ ਕਦੀ, ਨਾ ਨਾ ਤੋਬਾ, ਪਾਪ ਦੀ ਤੇ ਗੁੰਜਾਇਸ਼ ਹੀ ਕੋਈ ਨਹੀਂ, ਗਲਤੀ ਤੇ ਕੋਈ ਕੀਤੀ ਨਹੀਂ। ਉਹ ਸਭ ਤੋਂ ਵੱਡੀ ਗਲਤੀ ਤੇ ਇਹ ਹੈ ਜਿਹੜਾ ਤੇਰਾ ਜੀਵਨ ਚੱਲ ਰਿਹਾ, ਤੇਰਾ ਢੋਲ ਵੱਜ ਰਿਹਾ, ਜ਼ਿੰਦਗੀ ਦਾ ਸਵਾਸ ਚੱਲ ਰਹੇ ਨੇ, ਤੂੰ ਸੋਚਣਾ ਹੈ ਮੈਂ ਆਪ ਹੀ ਚੱਲ ਰਿਹਾ, ਤੈਨੂੰ ਪਤਾ ਨਹੀਂ ਤੂੰ ਤੇ ਇੱਕ ਢੋਲ ਵਰਗਾ, ਤੈਨੂੰ ਵਜਾਈ ਜਾਂਦਾ ਪਰਮਾਤਮਾ, ਤੂੰ ਵਜਾਉਣ ਵਾਲੇ ਨੂੰ ਭੁੱਲ ਗਿਆ। ਇਹਦੇ ਤੋਂ ਵੱਡੀ ਕੋਈ ਗਲਤੀ ਨਹੀਂ। ਹੋਰ ਸਾਰਾ ਕੁਝ ਠੀਕ ਕਰ ਲੈ, ਉਹ ਗਲਤ ਹੋ ਜਾਏਗਾ। ਫਰੀਦਾ ਦੁਨੀ ਵਜਾਈ ਵੱਜਦੀ, ਇਹ ਵੇਖ ਆ ਜਿੰਨੇ ਸਰੀਰ ਫਿਰਦੇ ਨੇ ਇਸ ਜ਼ਮੀਨ ਦੇ ਉੱਤੇ, ਇਹ ਉਹਦੇ ਵਜਾਏ ਹੋਏ ਵੱਜ ਰਹੇ ਨੇ, ਚੱਲ ਰਹੇ ਨੇ। ਜਿੱਦਣ ਉਹਨੇ ਕਿਸੇ ਢੋਲ ਦੇ ਉੱਤੋਂ ਹੱਥ ਬਾਹਰ ਖਿੱਚ ਲਿਆ, ਢੋਲ ਵਜਾਉਣ ਵਾਲੇ ਨੇ ਕਹਿ ਦਿੱਤਾ ਮੈਂ ਨਹੀਂ ਵਜਾਉਣਾ, ਫਿਰ ਕਹਿੰਦੇ ਉਸ ਢੋਲ ਨੂੰ ਹੁਣ ਵੱਜ ਕੇ ਵਿਖਾ। ਨਹੀਂ ਵੱਜਦਾ ਉਹ ਢੋਲ, ਨਹੀਂ ਤੁਰਦਾ ਉਹ ਸਰੀਰ, ਨਹੀਂ ਉਹ ਵੇਖ ਸਕਦਾ, ਨਹੀਂ ਉਹ ਖਾ ਸਕਦਾ, ਨਹੀਂ ਉਹ ਤੁਰ ਸਕਦਾ। ਉਸ ਸਰੀਰ ਨੂੰ ਤੇ ਫਿਰ ਆਪਣੇ ਨੱਕ 'ਤੇ ਬੈਠੀ ਹੋਈ ਮੱਖੀ ਵੀ ਉਹਦੇ ਤੋਂ ਨਹੀਂ ਉਡਾਈ ਜਾਂਦੀ, ਦੂਜੇ ਬੰਦੇ ਨੂੰ ਕੋਲ ਪਰਨਾ ਲੈ ਕੇ ਖਲੋਣਾ ਪੈਂਦਾ। ਕਿਉਂ? ਉਹ ਵਿੱਚੋਂ ਢੋਲ ਵਜਾਉਣ ਵਾਲੇ ਨੇ ਛੱਡ ਦਿੱਤਾ, ਕਹਿੰਦੇ ਇਹਨੂੰ ਨਹੀਂ ਵਜਾਉਣਾ, ਬਸ ਇਹਦਾ ਸਮਾਂ ਹੋ ਗਿਆ। ਜਿੰਨੇ ਇਹ ਜਾਣ ਲਿਆ, ਜਿੰਨੇ ਇਹ ਸਮਝ ਲਿਆ ਮੈਨੂੰ ਕੋਈ ਚਲਾ ਰਿਹਾ ਹੈ, ਉਹਨੂੰ ਮੂਲ ਮੰਤਰ ਦੇ ਵਿਚਲੇ ਸ਼ਬਦ ਕਰਤਾ ਦੀ ਸਮਝ ਆ ਗਈ। ਗੁਰੂ ਨਾਨਕ ਦੇਵ ਜੀ ਨੇ ਪਹਿਲੇ ਨਗਰ ਦਾ ਜਦੋਂ ਨਾਮ ਰੱਖਣਾ ਸੀ, ਸਾਰੀ ਸਿੱਖ ਸੰਗਤ ਇਕੱਠੀ ਕਰ ਲਈ। ਪਹਿਲਾ ਨਗਰ, ਕਿਉਂਕਿ ਪਹਿਲਾਂ ਤੇ ਉਦਾਸੀਆਂ ਵਿੱਚ ਹੀ ਰਹੇ, ਫਿਰਦੇ ਹੀ ਰਹੇ, ਜ਼ਿੰਦਗੀ ਦਾ ਬਹੁਤਾ ਹਿੱਸਾ ਤੁਰ ਤੁਰ ਕੇ ਉਪਦੇਸ਼ ਦੇ ਕੇ ਲੰਘਾ ਦਿੱਤਾ। ਪਰ ਹੁਣ ਜਿਸ ਵਕਤ ਉਹਨਾਂ ਦੀ ਉਮਰ ਕੋਈ ਰਹੀ ਹੋਵੇਗੀ, ਸਾਧ ਸੰਗਤ ਜੀ 52 ਸਾਲ ਦੇ ਕਰੀਬ, ਤਾਂ ਉਦੋਂ ਇੱਕ ਥਾਂ 'ਤੇ ਬੈਠੇ, ਉੱਥੇ ਕੀਰਤਨ ਹੋਇਆ, ਸੰਗਤ ਇਕੱਠੀ ਹੋ ਗਈ, ਰਾਵੀ ਦਾ ਕਿਨਾਰਾ ਸੀ, ਉੱਥੇ ਥੋੜ੍ਹਾ ਜਿਹਾ ਥਾਂ ਡੇਰਾ ਕਿਸੇ ਨੇ ਥਾਂ ਦੇ ਦਿੱਤੀ। ਉੱਥੇ ਸਾਧ ਸੰਗਤ ਕੀਰਤਨ ਕਥਾ ਦਾ ਪ੍ਰਵਾਹ ਚੱਲ ਪਿਆ ਤੇ ਸਹਿਜੇ ਸਹਿਜੇ ਇਹ ਇੱਕ ਨਗਰ ਵਰਗਾ ਬਣ ਗਿਆ। ਇੱਕ ਦਿਨ ਹਜ਼ੂਰ ਨੇ ਸਾਰਿਆਂ ਤੋਂ ਸਲਾਹ ਲਈ, ਸਾਰੇ ਸਿੱਖ ਸੰਗਤ ਨੂੰ ਪੁੱਛਿਆ ਵੀ ਇਸ ਨਗਰ ਦਾ ਕੋਈ ਨਾਂ ਤਾਂ ਰੱਖੀਏ, ਨਾਂ ਤੋਂ ਬਿਨਾਂ ਕਿਵੇਂ ਪਤਾ ਲੱਗੇਗਾ, ਕੀ ਨਾਂ ਰੱਖੀਏ? ਸਾਰਿਆਂ ਨੇ ਸਲਾਹ ਦਿੱਤੀ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕਿਹਾ ਨਾਨਕਪੁਰਾ ਰੱਖ ਦਈਏ, ਕਿਸੇ ਨੇ ਕਿਹਾ ਇਹ ਰੱਖ ਦਈਏ, ਸਤਿਗੁਰੂ ਨੇ ਕਿਹਾ ਨਹੀਂ, ਸਾਰੀ ਜ਼ਿੰਦਗੀ ਤੇ ਮੈਂ ਤੇਰਾ ਤੇਰਾ ਕਹਿੰਦਾ ਰਿਹਾ, ਹੁਣ ਫਿਰ ਮੈਂ ਆਪਣੇ ਨਾਂ 'ਤੇ ਨਗਰ ਰੱਖਾਂ? ਮੈਂ ਆਪਣੇ ਨਾਮ 'ਤੇ ਨਗਰ ਨਹੀਂ ਰੱਖਣਾ। ਇਹਦਾ ਫਿਰ ਨਾਂ ਕੀ ਰੱਖੋਗੇ? ਕਹਿੰਦੇ ਇਹਦਾ ਨਾਮ ਰੱਖੋ ਕਰਤਾ, ਇਹ ਕਰਤੇ ਦਾ ਨਗਰ, ਇਹਦਾ ਨਾਮ ਰੱਖੋ ਕਰਤਾਰਪੁਰ। ਕਰਤਾਰਪੁਰ ਨਾਮ ਰੱਖਿਆ। ਯਾਨੀ ਕਿ ਸਿੱਖ ਆਪਣੇ ਜੀਵਨ ਵਿੱਚ ਆਪਣੇ ਆਪ ਨੂੰ ਜਿੱਦਣ ਉਹਨੇ ਮੰਨ ਲਿਆ ਵੀ ਮੈਂ ਹੀ ਕਰਤਾ ਹਾਂ,
इसलिए कलगियां वाले ने सिखाया, करता कर हैं हरता हर हैं जाप साहिब विच, तू करी जाना है, तू करी जाना है। जिस बंदे ने, जिस शख्स ने अकाल पुरख दे नाल अपनी ये सांझ बना लई, उन्हें उस सांझ नूं पक्का कर लिया। उन्होंने पता लग गया भी मैं कुछ नहीं कर रहा, मैं तो वेख भी नहीं सकता, ना हम किया ना करेंगे, ना कर सकै शरीर, क्या जानो किछ हर किया, भयो कबीर कबीर। ये सब तो हुण वड्डा दुख है जीवन का। जपिया बहुत, करता भाव अंदरों नहीं छड्डिया। मैं जपिया है, मैं कीता है, मैं हाँ, मैं ये हाँ, मैं वो हाँ, ये नहीं छुटिया। इनू कहते ने अपनी धारी, अपना बनाया हुई कल्पित जिंदगी, अपना बनाया होया हंकार। जिन्ना चिर गुरु के सवारिओ ये भावना रहिंदी है, मैं बेनती करा, ना बाणी अंदर टिकेगी, ना सेवा का कोई असर होना है। हाँ एक गल कहां भी बाणी पढ़ीए ताकि अंदरों बीमारी टुटे, सेवा करिए ताकि अंदरों ये गल निकले। जिदन आदमी एक साज वर्गा बन जाता है, साध संगत आप नहीं वजदा, उस दिन फिर उन्होंने ही ब्रह्म ज्ञानी कहते हैं। बस संसारी विच ते ब्रह्म ज्ञानी विच इन्ना ही फर्क है। संसारी तुरदा तो वह सोचता मैं तुर रहा, ब्रह्म ज्ञानी तुरदा तो वह सोचता मैनू अकाल पुरख तोर रहा है। संसारी वेखदा तो सोचता मैं वेख रहा, ब्रह्म ज्ञानी वेखदा तो कहता मैनू कोई मेरे विचों कोई वेख रहा बाहर, उन्होंने वो फड़ लेंदा, उन्होंने लभ लेंदा। मेरे राही कोई सुन रहा है, मेरे राही कोई वेख रहा है, मेरे राही कोई खा रहा है, मेरे राही कोई पा रहा है, मेरे राही कोई बोल रहा है, कोई काम कर रहा है। फिर उत्थे कित्थे बचेगी मैं, ते जिदन मैं गई तू दे आउंदियां देर नहीं है, मैं ही ते विच खड़ी हुई है। जिदन ये भाव अंदरों टुट गया, उदन एक शब्द भी कम दे देगा। सी सुनिया कौडे राक्षस नूं इक्को ही शब्द कम दे गया सी, इक्को शब्द कम दे गया। बड़ी वड्डी घटना है। सवाल खड़ा हुंदा ये बाणी होर है ते वो बाणी होर सी जिहड़ी गुरु नानक ने पढ़ी। इक्को शब्द सज्जन नूं कम दे गया, ठग नूं, इक्को कौडे राक्षस नूं दे गया, इक्को साध संगत भूमीए चोर नूं कम दे गया, इक्को शब्द दुनी चंद नूं कम दे गया। एक एक शब्द कम देंदे रहे, कई कई शब्द कम क्यों नहीं देंदे, बड़ा वड्डा सवाल है। कई कई शब्द कम नहीं दे रहे, कई कई चालीसे कम नहीं दे रहे, कई कई लड़ियां कम नहीं दे रही। की हो गया? सारी सारी जिंदगी कर कर के अंदरों ये हंगता नहीं मिटी, अंदरों मैं मेरी दा पकड़ नहीं। कोई किसे नूं बर्दाश्त नहीं करता, दूजे लई थां नहीं है, किसे नूं बर्दाश्त। गुरु साहब गुरु नानक देव जदों मुल्तान शहर विच गए सन ते मुल्तान नूं कहंदे सन पीरां दा गढ़, पीर भरे होए सन उहदे विच। ਜਿਹੜੇ मोड़ ते जाओ एक पीर बैठा सी, ਉਹਦੇ ਬਾਹਰਲੇ पासे जदों बैठे तो उत्थे साध संगत उन्हां पीरां विचों कोई एक बाहर निकलिया सी पिंड दे शहर दे सैर करन वास्ते। लंघदा वेख गया कौन लगदा है, ये तो वो गुरु नानक लगदा है जिहदी धुम पई हुई इस संसार में। डर गया, घबरा गया, होर किसी गल्लों नहीं, इस गल्लों भी ये सच बोलते ने। सच जानो कल्ले संसारी नहीं, धार्मिक बंदे भी सच तो बड़ा डरदे जे, उन्होंने भी डर लगता है क्योंकि वो डरे हुए ने सच तो। झूठ दे असरे वो दुकान चलती है। इसलिए जेड़े ये लोग ने जिन्हां दे कोल वड्डियां वड्डियां स्टेजां ने, उन्होंने जदों किसी नूं लियाउणा हुंदा है, उत्थे बुलाउणा हुंदा है, तो पहलां ये पता करते हैं भी पूरा सच तो नहीं बोलता है बंदा 100%। जे कोई कह दे भी इन्हें तो पूरा सच बोलना, फिर कहते नहीं।
फिर पता करते ने कोई झूठ बोलन वाला है, कहते आउण दिओ कोई गल नहीं, ਸਰੋਪਾ भी देंगे। झूठ यानी कि उन्हां दी वडियाई, सच यानी कि गुरु की गल। इस तरह का यह धंधा हुण भी चलता है। मुल्तान के पीर केवल उदों नहीं सन, फर्क कोई वड्डा नहीं, वो पीर सन, होर नाम कोई बदल गया होवेगा, हैन ते वही ने, कोई फर्क नहीं पिया। पीर नहीं अजे गए, वो तो उतों मर के फिर साडे विच ही जम पे। उन्हां दा एक की सिद्धांत सी, उन्होंने एक बर्तन भर के भेजिया दुध का कंढियां तक गुरु नानक साहब के अगे। एक उन्हां दा चेला लैके आया ते साध संगत भाई मरदाना जी नाल सन, विचारे भुख लगी सी, कहंदे महाराज दुध भेजिया ने, चंगे लगते ने आदमी। हजूर कहंदे हैन तां चंगे ही, पर यह दुध नहीं मरदानिया, चिट्ठी है, खबर है। ये कादी खबर? कहंदे पीण वास्ते नहीं भेजिया, इन्हां कंढियां तक भर के तां भेजिया कि साडे कोल तुहाडे वास्ते थां नहीं, तुसीं वापस चले जाओ। अस इत्थे मुल्तान ते पहले ही कंढियां तक भरिया होया। कहंदे ने हजूर ने उत्थों एक चमेली दा फुल तोड़ के उस दुध दे भांडे दे उत्ते रख दिता ते वापस एक खबर भेजी उन्हां योगियां दे झुंड कोल, सिद्धां दे झुंड कोल। खबर की सी? वो फुल उत्ते तर रहा सी दुध दे, वो खबर उन्होंने हिला गई, वो सच उन्होंने हिला गया, जिहदे विच दसिया गया सी धार्मिक बंदा होवे ते थां मल्ले दूजे दी, वो धर्मी थोड़ा है। धर्मी बंदा तो किसी की थां ही नहीं मलदा, उहदी ते अपनी थां जो होई, थां ते वो मलदे ने जिहड़े जिन्हां दा अपना घर नहीं हुंदा, वो खुंदे। अज जिहड़े लोकां नूं डर बनिया रहिंदा है ना भी जिहड़ी उहदे ते मैं आ गया किते होर ना बराबर ते आ जाए, असल विच वो डर उन्हां दे अंदर दी एक मैल है। हर एक आदमी दा अपना ही थां है इस धरती ते, कुदरत ने उन्होंने आज़ाद पैदा किया है। जदों कोई दूजे की रीस अनुसार चलता है, जां दूजियां दा खतरा महसूस करता है कि कोई मेरे बराबर ना आ जाए, जां कोई रीस करके अड़ी दे नाल किसे वांग अगे वधना चाहुंदा है, उहदी जिंदगी विच गलती शुरू हो जाती है। हजूर ने कहा तू अपने जीवन अनुसार चल, नकल ना कर। जिंदगी तेनों एक बारी मिली है, क्यों दूजियां वल्लों वेख के जीवी जाना है? अपने आप वल्लों वेख के जी ते जां गुरु वल्लों वेख के जी। इस करके थां हजूर ने कहा भी ये कोई तुहाडा धर्म नहीं जिहड़ा दूजे नूं बर्दाश्त नहीं करदा, दूजे नूं चाहुंदा नहीं। ते सतगुरु ने उन्हां नूं सीधे राह ते तोरिया। गल कर रहा सी अंदरों करता भाव, दुनी बजाई वजदी तू भी वजै नाल, सोई जियो ना वजदा जिस अल्लो करदा सार। जिहड़ा जिहदे सिर ते फिर रब हथ रख देंदा है, वो साध संगत फिर इस तरह संसारियां वांगू नहीं वजदा, ਉਹਦਾ ਢੋਲ ਆਪਣੇ ਆਪ ਵੱਜਣ ਲੱਗ ਪੈਂਦਾ ਹੈ। ਉਹਨੂੰ ਅਨਮੜਿਆ ਮੰਦਲ ਬਾਜੈ, ਵਿਨ ਸਾਵਣ ਗਨ ਹਰ ਗਾਜੈ। ਇਸ ਕਰਕੇ ਪਹਿਲਾ ਸ਼ਬਦ ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਥੇ ਵਰਤਿਆ ਹੈ, ਉਹ ਕਹਿੰਦੇ ਨੇ ਸਰਬੰਗ ਹੰਤਾ, ਸਾਰਿਆਂ ਨੂੰ ਹਤਨ ਵਾਲਾ, ਸਾਰਿਆਂ ਨੂੰ ਮਾਰਨ ਵਾਲਾ, ਸਾਰਿਆਂ ਨੂੰ ਵਜਾਉਣ ਵਾਲਾ। ਫਿਰ ਅੱਗੇ ਇੱਕ ਬਚਨ ਕੀਤਾ, ਕਹਿੰਦੇ ਸਰਬੰਗ ਗੰਤਾ। गंता, गंता शब्द बनया गता, गंता शब्द बनया गति तो। गति के अर्थ ने तुरना, चाल। गति एक होर भी होंदी है जिहड़ी कहंदे गति कराउंदे ने, जदों कोई मर जाए उहदी फिर कहंदे गति कराउणी पैंदी है। नहीं तो इत्थे कहंदे एक चलदा है इस तरह का भी, तो उन्होंने कहते ने गति। गति का अर्थ स्पीड, चाल। कहते सारियां दे जीवन दे अंदर गुरु गोबिंद सिंह सच्चे पातशाह जी कहते तू गतिशील है, चाल बन के तुर रहा। फिर कहते सर्वं ख्याता, ख्याता दे अर्थ ने प्रगट होना।
ਹਜ਼ੂਰ ਕਹਿੰਦੇ ਮੈਂ ਜਦੋਂ ਸੰਸਾਰ ਵੱਲ ਵੇਖਣਾ ਤੂੰ ਸਾਰੇ ਸੰਸਾਰ ਦੇ ਵਿੱਚੋਂ ਪ੍ਰਗਟ ਹੋ ਕੇ ਮੈਨੂੰ ਦੀਦਾਰ ਦੇ ਰਿਹਾ। ਸਾਰਿਆਂ ਦੇ ਵਿੱਚੋਂ ਹੈ ਤੇ ਸਾਰਿਆਂ ਦੇ ਵਿੱਚ, ਪਰ ਜਿਨ੍ਹਾਂ ਨੇ ਪ੍ਰਗਟ ਕਰ ਲਿਆ, ਅੱਗ ਸਾਰੀਆਂ ਲੱਕੜਾਂ ਵਿੱਚ ਹੈ, ਅਸੀਂ ਕਹਿ ਤੇ ਦਿੰਦੇ ਹਾਂ ਉਹ ਸਾਰਿਆਂ ਦੇ ਵਿੱਚ ਹੈ, ਪਰ ਪ੍ਰਗਟ ਤਾਂ ਹੋਵੇਗਾ ਜਿਨ੍ਹਾਂ ਨੇ ਉਹਦਾ ਅਭਿਆਸ ਕੀਤਾ ਹੈ। ਸਾਰੇ ਲੱਕੜ ਵਿੱਚ ਅਗਨੀ ਹੈ, ਕਦੀ ਵੇਖੀ ਅਗਨੀ? ਹੱਥ ਲਾਇਆ ਕੋਈ ਨਹੀਂ ਸੜਦਾ ਉਸ ਨੂੰ। ਦਰਵਾਜ਼ੇ ਨੂੰ, ਲੱਕੜ ਦੇ ਦਰਵਾਜ਼ੇ ਨੂੰ ਹੱਥ ਲਾ ਕੇ ਵੇਖੋ, ਬਿਲਕੁਲ ਠੰਡਾ ਹੈ, ਅੱਗ ਉਹਦੇ ਵਿੱਚ ਹੈ। ਇਸੇ ਤਰ੍ਹਾਂ ਉਹ ਸਰਬੰ ਗੰਤਾ ਸਰਬੰ ਖਿਆਤਾ, ਖਿਆਤਾ ਦੇ ਅਰਥ ਨੇ ਪ੍ਰਗਟ ਹੋਣਾ। ਕਹਿੰਦੇ ਅੱਗ ਵਿੱਚ ਸੀ, ਲੱਕੜ ਦੇ ਪ੍ਰਗਟ ਨਹੀਂ ਹੋਵੇਗੀ, ਉਹਦੇ ਸਾਹਮਣੇ ਖੜੇ ਹੋ ਕੇ ਜੋ ਮਰਜ਼ੀ ਕਰੋ, ਹੈ ਉਸ ਲੱਕੜ ਦੇ ਅੰਦਰ। ਉਸ ਲੱਕੜ ਦੇ ਵਿਚਲੀ ਅੱਗ ਬਾਹਰ ਕਿਵੇਂ ਆਏਗੀ? ਉਹਦਾ ਇੱਕੋ ਹੀ ਤਰੀਕਾ, ਉਸ ਲੱਕੜ ਨੂੰ ਬਾਹਰੋਂ ਅੱਗ ਲਾ ਦਿਓ, ਬਾਹਰੋਂ ਥੋੜ੍ਹੀ ਜਿਹੀ ਅੱਗ ਉਸ ਅੱਗ ਦੀ, ਉਸ ਲੱਕੜ ਦੀ ਵਿਚਲੀ ਅੱਗ ਨੂੰ ਬਾਹਰ ਪ੍ਰਗਟ ਕਰ ਦੇਗੀ, ਕੱਢ ਦੇਗੀ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਖਿਆਤਾ ਪ੍ਰਗਟ ਹੋਣਾ, ਸਾਰਿਆਂ ਦੇ ਵਿੱਚੋਂ ਤੂੰ ਪ੍ਰਗਟ ਹੋ ਰਿਹਾ ਹੈ, ਸਾਰਿਆਂ ਦੇ ਵਿੱਚੋਂ ਤੇਰਾ ਨੂਰ ਦਿਸ ਰਿਹਾ, ਤੇਰੀ ਜੋਤ ਦਿਸ ਰਹੀ। ਪ੍ਰਗਟ ਕਿਵੇਂ ਹੋਈ? ਜਦੋਂ ਇਸ ਸੁਰਤ ਨੂੰ ਜਾਗ ਲੱਗ ਗਈ, ਜਦੋਂ ਇਸ ਦੇਹ ਦੇ ਵਿੱਚ ਵਸਦੇ ਜੀਵ ਨੂੰ ਅਕਾਲ ਪੁਰਖ ਦੇ ਨਾਮ ਦੀ ਅਗਨੀ ਬਾਹਰੋਂ ਮਿਲੀ, ਗੁਰੂ ਨੇ ਅੱਗ ਲਾਈ। ਕਬੀਰ ਜੀ ਨੇ ਕਿਹਾ ਨਾ, ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੈ ਆਗ। ਇਹ ਸ਼ਲੋਕ ਆਉਂਦੇ ਨੇ ਕਬੀਰ ਜੀ ਦੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਖੀਰ ਤੇ ਆਉਂਦੇ ਨੇ। ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੈ ਆਗ, ਕੋਈ ਉਹਦੇ ਨਾਮ ਦੀ, ਪਿਆਰ ਦੀ, ਪ੍ਰੇਮ ਦੀ ਅੱਗ ਆਪਣੇ ਆਪ ਨੂੰ ਲਾ ਦੇ। ਉਹ ਕੀ ਕਰੇਗੀ? ਪਹਿਲਾਂ ਤੇ ਉਹਦੇ ਪੰਚੋਂ ਲੜਕਾ ਜਾਰਕ ਹੈ, ਉਹਦੇ ਸਰੀਰ ਦੇ ਵਿੱਚ 5 ਲੜਕੇ ਦੇ ਅਰਥ ਨੇ 5 ਵਿਕਾਰ, ਉਹ ਅੱਗ ਸਾੜ ਦੇਗੀ, ਪ੍ਰੇਮ ਦੀ ਅੱਗ। ਹੋਰ ਕੋਈ ਤਰੀਕਾ ਨਹੀਂ ਹੈ। ਜਿਹੜੀ ਸਾਡੇ ਅੰਦਰ ਮੈਲ ਹੈ ਨਾ, ਕੋਈ ਸਾਧਨ ਉਹਨੂੰ ਸਾੜ ਨਹੀਂ ਸਕਦਾ ਬਿਨਾਂ ਪ੍ਰੇਮ ਤੋਂ। ਆ ਇੱਕ ਹੋਰ ਬਚਨ ਆਉਂਦਾ ਹੈ ਜਿਹਦੇ ਵਿੱਚ ਸਾਹਿਬ ਕਹਿੰਦੇ ਨੇ ਕਿ ਪ੍ਰੇਮ ਕੇ ਸਰ ਲਾਗੇ ਤਨ ਭੀਤਰ। ਪ੍ਰੇਮ, ਸਰ ਦੇ ਅਰਥ ਨੇ ਤੀਰ। ਜਿਸ ਸਰੀਰ ਦੇ ਅੰਦਰ ਪਰਮਾਤਮਾ ਦੇ ਪ੍ਰੇਮ ਦਾ ਤੀਰ ਵੱਜ ਜਾਂਦਾ ਹੈ, ਤਾਂ ਭਰਮ ਕਾਟਿਆ ਜਾਈ, ਤਾਂ ਉਹਦੀ ਜ਼ਿੰਦਗੀ ਦੇ ਭੁਲੇਖੇ ਜਿਹੜੇ ਨੇ ਨਿਕਲਦੇ ਨੇ। ਇੱਕ ਭੁਲੇਖਾ ਜਿਹਾ ਰਹਿੰਦਾ ਹੈ ਨਾ, ਕਲੀਅਰ ਨਹੀਂ ਹੁੰਦਾ, ਭਾਵੇਂ ਬਾਹਰੋਂ ਅਸੀਂ ਚੁੱਪ ਰਹਿੰਦੇ ਹਾਂ। ਕੁਝ ਤੇ ਲੋਕ ਐਸੇ ਨੇ ਜਿਹੜੇ ਬੋਲ ਲੈਂਦੇ ਨੇ, ਪੁੱਛ ਲੈਂਦੇ ਨੇ, ਦੱਸ ਲੈਂਦੇ ਨੇ। ਕੁਝ ਤਾਂ ਲੋਕ ਪ੍ਰਗਟ ਕਰ ਲੈਂਦੇ ਵੀ ਆਹ ਜਿਹੜਾ ਬਾਣੀ ਪੜ੍ਹ ਰਹੇ ਹਾਂ, ਜਿਹੜੀ ਸੇਵਾ ਕਰ ਰਹੇ ਹਾਂ, ਜਿਹੜਾ ਮੱਥਾ ਟੇਕ ਰਹੇ ਹਾਂ, ਇਹਦੇ ਨਾਲ ਮੇਰੇ ਅੰਦਰ ਕੋਈ ਫਰਕ ਤੇ ਨਹੀਂ ਪਿਆ। ਉਹ ਬੜੇ ਸੁਚੇਤ ਲੋਕ ਨੇ, ਉਹ ਵੇਖ ਰਹੇ ਨੇ ਆਪਣੇ ਆਪ। ਅੱਜ ਹੀ ਇੱਕ ਨੌਜਵਾਨ ਆਇਆ ਜੋ ਪਹਿਲਾਂ ਕਲੀਨ ਸ਼ੇਵ ਸੀ, ਉਹਨੇ ਪਿੱਛੇ ਅੰਮ੍ਰਿਤ ਛਕਿਆ 1 ਮਹੀਨਾ, ਤੇ ਮੈਂ ਉਹਦੀ ਇੱਕ ਗੱਲ ਸੁਣ ਕੇ ਹੈਰਾਨ ਹੋ ਗਿਆ। ਹਜੇ ਸਿਰਫ 20 ਸਾਲ ਦੀ ਉਮਰ। ਕਹਿਣ ਲੱਗਾ ਮੈਂ 1 ਮਹੀਨੇ ਤੋਂ ਅੰਮ੍ਰਿਤ ਛਕਿਆ ਹੈ ਤੇ ਮੇਰੇ ਸਰੀਰ ਨੂੰ ਤੇ ਫਰਕ ਪੈ ਗਿਆ, ਵੀ ਮੇਰੇ ਕੇਸ ਵੱਡੇ ਹੋ ਗਏ ਨੇ, ਮੈਂ 5 ਕਕਾਰ ਪਾ ਲਏ ਨੇ, ਆਪਣੇ ਆਪ ਨੂੰ ਮੈਂ ਖਾਲਸਾ ਮਹਿਸੂਸ ਕਰ ਰਿਹਾ। ਸਰੀਰ ਨੂੰ ਤੇ ਫਰਕ ਪਿਆ ਹੈ, ਪਰ ਅਜੇ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ। ਬੜੀ ਵੱਡੀ ਵਿਚਾਰ ਹੈ ਇਸ ਉਮਰ ਵਿੱਚ ਇਹ ਮੁਲਾਂਕਣ ਕਰਨਾ, ਲੇਖਾ ਕਰ ਲੈਣਾ ਵੀ ਮੈਨੂੰ ਫਰਕ ਨਹੀਂ ਪਿਆ। ਮੈਂ ਕਿਹਾ ਵੀ ਤੇਰੇ ਵੱਡੇ ਭਾਗ ਨੇ, ਇੱਥੇ ਤੇ 80 ਸਾਲ ਤੋਂ ਅਸੀਂ ਆ ਰਹੇ ਹਾਂ, ਅਸੀਂ ਵੇਖੀ ਨਹੀਂ ਆਪਣੇ ਆਪ ਨੂੰ ਕਦੀ ਫਰਕ ਪਿਆ ਹੈ ਕਿ ਨਹੀਂ। ਜੋ ਕੁਝ ਅੱਜ ਤੋਂ 20 ਸਾਲ ਪਹਿਲਾਂ ਸੀ ਉਹ ਹੀ ਅੱਜ ਲੱਦੀ ਫਿਰਨੇ ਆ ਸਾਰਾ ਕੁਝ। ਕੋਈ ਫਰਕ ਨਹੀਂ, 1% ਅੱਗੇ ਪਿੱਛੇ ਨਹੀਂ ਹੋਏ। ਜਿੱਥੇ ਸੀ ਉੱਥੇ ਹੀ ਖੜੇ ਰਹੇ। ਇਸ ਲਈ ਕਿਸੇ ਨੇ ਬੜੀ ਸੋਹਣੀ ਕਹਾਵਤ ਕਹੀ ਹੈ। 2 ਫਕੀਰ ਜਾ ਰਹੇ ਸਨ, ਇੱਕ ਨੇ ਕਿਹਾ ਵੀ ਅੱਜ ਦਾ ਬੰਦਾ ਤੇ ਕੋਹਲੂ ਦਾ ਬੈਲ ਹੈ। ਕੋਹਲੂ ਦਾ ਬੈਲ ਤੁਸੀਂ ਸਮਝਦੇ ਹੋ, ਕੋਹਲੂ ਦਾ ਬੈਲ ਜਿਹੜਾ ਕੋਹਲੂ ਹੁੰਦਾ ਸਰੋਂ ਦੇ ਵਿੱਚੋਂ ਤੇਲ ਕੱਢਣ ਵਾਲਾ,
वो गोल घुमदा है, गोल घुमदा, यानी कि ਉਹਨੂੰ सवेरे कोल्लू वाला जो दिंदा जूले विच, ਉਹਦੇ ਵਿੱਚ ਜੋ ਕਿ ਉਹਦੀਆਂ ਅੱਖਾਂ ਤੇ ਖੋਪੇ ਚਾੜ ਦਿੰਦਾ ਤੇ ਉਹਦੇ ਪਿੱਛੋਂ ਇੱਕ ਦੋ ਸੋਟੀ ਮਾਰਦਾ, ਉਹ ਤੁਰ ਪੈਂਦਾ ਤੇ ਉਹ ਸਾਰਾ ਦਿਨ ਗੋਲ ਤੁਰੀ ਜਾਂਦਾ, ਤੁਰਦਾ ਸਾਰਾ ਦਿਨ ਤੇ ਪਹੁੰਚਦਾ ਕਿਤੇ ਨਹੀਂ। ਜਿੱਥੋਂ ਸਵੇਰੇ ਜੋਇਆ ਸੀ ਤੇ ਸੂਰਜ ਢਲ ਗਿਆ, 12 ਘੰਟੇ ਤੁਰਦਾ ਰਿਹਾ, ਪਹੁੰਚਿਆ ਕਿਤੇ ਵੀ ਨਹੀਂ। ਉੱਥੇ ਆ ਕੇ ਉਹਨੇ ਕੋਲੂ ਵਾਲੇ ਨੇ ਅੱਗੋਂ ਨੱਥ ਫੜ ਕੇ ਰੋਕ ਲਿਆ, ਜੂੜਾ ਲਾ ਦਿੱਤਾ ਤੇ ਉੱਥੋਂ ਹੀ ਛੱਡ ਦਿੱਤਾ। ਜਿੱਥੋਂ ਜੋਇਆ ਸੀ ਉੱਥੇ ਹੀ ਆ ਗਿਆ। ਇੱਕ ਨੇ ਕਿਹਾ ਵੀ ਅੱਜ ਦਾ ਬੰਦਾ ਕੋਲੂ ਦਾ ਬੈਲ ਹੈ, ਜਿੱਥੋਂ ਤੁਰਦਾ ਉੱਥੇ ਹੀ ਆ ਜਾਂਦਾ। ਦੋਵੇਂ ਕਵੀ ਸਨ। ਦੂਜੇ ਨੇ ਕਿਹਾ ਨਹੀਂ, ਕੋਲੂ ਦਾ ਬੈਲ ਅੱਜ ਕੱਲ੍ਹ ਦੇ ਬੰਦੇ ਨਾਲੋਂ ਅੱਗੇ ਲੰਘ ਗਿਆ। ਕਿਉਂ? ਕਹਿੰਦੇ ਉਹ ਘੱਟੋ ਘੱਟ ਜਿੱਥੋਂ ਜੋਇਆ ਸੀ ਉੱਥੇ ਤੇ ਆ ਕੇ ਖਲੋ ਗਿਆ। ਕਹਿੰਦੇ ਬੰਦੇ ਨੇ ਜਿੱਥੋਂ ਜੀਵਨ ਸ਼ੁਰੂ ਕੀਤਾ ਸੀ ਉਹਦੇ ਤੋਂ ਪਿੱਛੇ ਚਲਾ ਗਿਆ, ਅੱਗੇ ਉਸ ਥਾਂ ਤੇ ਵੀ ਨਹੀਂ ਰਿਹਾ, ਹੋਰ ਗਰਕ ਹੋ ਗਿਆ। ਘੱਟੋ ਘੱਟ ਉੱਥੇ ਤਾਂ ਆਵੇ, ਉੱਥੇ ਤਾਂ ਰਹੇ। ਇਸ ਕਰਕੇ ਜਿਹੜੇ ਲੋਕ ਜਾਗਰਤ ਹੋ ਗਏ ਨੇ, ਉਹਨਾਂ ਨੇ ਆਪਣੇ ਜੀਵਨ ਦੀ ਹਰ ਇੱਕ ਧਾਰਮਿਕ ਕਿਰਿਆ ਨੂੰ ਵੇਖਿਆ ਕਿ ਮੈਂ ਇਹ ਕਰਨਾ, ਮੇਰੇ ਵਿੱਚ ਕੁਝ ਫਰਕ ਪਿਆ ਹੈ ਕਿ ਨਹੀਂ। ਮੈਂ ਇਹ ਬਾਣੀ ਪੜ੍ਹਨਾ, ਮੇਰਾ ਕ੍ਰੋਧ ਕਿੰਨਾ ਕੁ ਘਟਿਆ ਹੈ, ਮੇਰੀ ਈਰਖਾ ਕਿੰਨੀ ਕੁ ਘਟੀ ਹੈ 2 ਸਾਲਾਂ ਵਿੱਚ। ਇਹ ਮੁਲਾਂਕਣ ਕਰਦੇ ਨੇ। ਮੇਰੇ ਅੰਦਰ ਇਹ ਮੇਰ ਤੇਰ ਹੰਕਾਰ ਦੀ ਭਾਵਨਾ ਕਿੰਨਾ ਕੁ ਘਟਿਆ ਹੈ, ਮੇਰੀ ਬੋਲ ਚਾਲ ਕਿੰਨੀ ਕੁ ਘਟੀ ਹੈ ਕਿ ਮੈਂ ਉਸੇ ਤਰ੍ਹਾਂ ਹੀ ਸਵੇਰ ਤੋਂ ਸ਼ਾਮ ਤੱਕ ਕਾਵਾਂ ਰੌਲੀ ਪਾਈ ਰੱਖਣਾ। ਜੇ ਉਹਦੇ ਵਿੱਚ ਫਰਕ ਨਹੀਂ ਪਿਆ ਤੇ ਐਸਾ ਗੁਰਸਿੱਖ ਫਿਰ ਗੁਰੂ ਅੱਗੇ ਅਰਦਾਸ ਕਰਦਾ ਹੈ, ਕਹਿੰਦਾ ਹੈ ਕਿ ਮੈਨੂੰ ਕੋਈ ਫਰਕ ਨਹੀਂ ਪਿਆ। ਫਿਰ ਗੁਰੂ ਉਹਦਾ ਹੋਰ ਇਲਾਜ ਕਰਦਾ, ਕਿਰਪਾ ਕਰਦਾ। ਤੇ ਜੇ ਅਸੀਂ ਕਹਿਣਾ ਹੀ ਨਹੀਂ, ਅਸੀਂ ਕਹਿਣਾ ਵੀ ਅਸੀਂ ਪੂਰੇ ਦੇ ਪੂਰੇ ਹੀ ਹਾਂ, ਸਾਡੇ ਵਿੱਚ ਕਿੱਥੇ ਅਧੂਰਾਪਣ? ਦੱਸੋ ਕੀ ਗਲਤੀ ਕਰਨੇ ਆ? ਇਸ ਲਈ ਗੁਰੂ ਸਾਹਿਬ ਕੋਲ ਜਿੰਨੇ ਜਗਿਆਸੂ ਆਉਂਦੇ ਸਨ, ਉਹਨਾਂ ਵਿੱਚੋਂ ਬਹੁਤਿਆਂ ਨੂੰ ਇਹ ਪੁੱਛਦੇ ਸਨ 2 ਕੰਮ। ਇੱਕ ਤੇ ਪੁੱਛਦੇ ਸਨ ਕੰਮ ਕੀ ਕਰਦੇ ਹੋ, ਕਾਰੋਬਾਰ ਕੀ? ਇੱਕ ਬਹੁਤਿਆਂ ਨੂੰ ਇਹ ਪੁੱਛਦੇ ਸਨ ਵੀ ਤੁਸੀਂ ਕਿਤੇ ਜੀਵਨ ਦੇ ਵਿੱਚ ਗਲਤੀ ਤੇ ਨਹੀਂ ਕੀਤੀ ਕੋਈ? ਬੜਾ ਡੂੰਘਾ ਸਵਾਲ ਸੀ, ਕਿਤੇ ਗਲਤੀ ਤੇ ਨਹੀਂ ਕੀਤੀ? ਹੁਣ ਜਿਹੜਾ ਅੰਦਰ ਹੰਕਾਰ ਹੁੰਦਾ ਸੀ ਉੱਠ ਕੇ ਖੜਾ ਹੋ ਜਾਂਦਾ ਸੀ, ਕਹਿੰਦਾ ਸੀ ਨਾ ਜੀ, ਸਾਡੇ ਤੋਂ ਗਲਤੀ ਕਿੱਥੇ ਹੋ ਗਈ? ਸਾਡੇ ਤੇ ਦਾਦੇ ਪੜਦਾਦੇ ਤੋਂ ਲੈ ਕੇ ਕੁਕੜੀ ਵੀ ਘਰ ਨਹੀਂ ਰੱਖੀ ਕਦੀ, ਅਸੀਂ ਤੇ ਜੀ ਕਦੀ ਪਿਆਜ਼ ਵੀ ਨਹੀਂ ਖਾਧਾ, ਸਾਡੇ ਤੋਂ ਕਿੱਥੇ ਗਲਤੀ ਹੋ ਗਈ? ਫਿਰ ਹਜ਼ੂਰ ਕਹਿੰਦੇ ਸਨ ਜਾਓ, ਅਜੇ ਸੇਵਾ ਕਰੋ, ਅਜੇ ਹੋਰ ਕਰਕੇ ਆਓ, ਅਜੇ ਤੇ ਤੁਸੀਂ ਆਪਣੇ ਆਪ ਨੂੰ ਬੜੇ ਪਾਕ ਪਵਿੱਤਰ ਮੰਨ ਰਹੇ ਹੋ। ਇੱਥੇ ਤਾਂ ਉਦਣ ਐਡਮਿਸ਼ਨ ਹੋਣੀ ਹੈ ਜਿੱਦਣ ਇਹ ਗੱਲ ਅੰਦਰ ਆ ਗਈ ਚੰਗਾ ਕੁਝ ਨਹੀਂ ਕੀਤਾ, ਗਲਤੀ ਤੇ ਕੀਤਾ ਹੈ। ਮੈਂ ਪਹਿਲਾਂ ਉਹ ਕਹਿ ਚੁੱਕਾ, ਸਭ ਤੋਂ ਵੱਡੀ ਗਲਤੀ ਕਿਹੜੀ ਹੈ? ਸਭ ਤੋਂ ਵੱਡੀ ਗਲਤੀ ਹੈ ਨਾਮ ਤੋਂ ਖਾਲੀ ਹੋ ਕੇ ਜਿਉਣਾ, ਸਿਮਰਨ ਤੋਂ ਬਿਨਾਂ ਜਿਉਣਾ, ਯਾਦ ਤੋਂ ਬਿਨਾਂ ਜਿਉਣਾ। ਬਾਕੀ ਸਾਰੀਆਂ ਚੰਗਿਆਈਆਂ ਖੂਹ ਵਿੱਚ ਪੈ ਜਾਂਦੀਆਂ ਜੇ ਇੱਕ ਚੰਗਿਆਈ ਨਾ ਹੋਵੇ, ਕਿਸੇ ਕੰਮ ਆਉਣ ਵਾਲੀਆਂ ਨਹੀਂ ਹਨ। ਇਸ ਢੰਗ ਦੇ ਨਾਲ ਬੇਨਤੀ ਜਿਹੜੀ ਸਾਂਝੀ ਕਰ ਰਿਹਾ ਸਾਂ, ਸਾਰੀਆਂ ਲੱਕੜਾਂ ਵਿੱਚ ਅੱਗ ਹੈ, ਇਸੇ ਤਰ੍ਹਾਂ ਸਾਰਿਆਂ ਦੇ ਵਿੱਚ ਉਹ ਹੈ। ਪਰ ਜਿਹੜੇ ਲੋਕ ਇਸ ਸਰੀਰ ਨੂੰ ਬਾਹਰੋਂ ਅੱਗ ਦਿੰਦੇ ਪ੍ਰੇਮ ਦੀ, ਕਬੀਰ ਜੀ ਕਹਿੰਦੇ, ਕਬੀਰ ਐਸਾ ਕੋਏ ਨਾ ਜਨਮਿਓ, ਆਪਣੇ ਘਰ ਲਾਵੈ ਆਗ, ਆਪਣੇ ਆਪੇ ਨੂੰ ਨਾਮ ਦੀ ਅੱਗ ਲਾ ਦੈ। ਪਾਂਚੋ ਲੜਕਾ ਜਾਰਕੈ, ਤੇ ਉਹ ਅੱਗ ਐਸੀ ਹੈ। ਇੱਕ ਤਾਂ ਜਿਹੜੀ ਸਿੱਧੀ ਅੱਗ ਹੋਵੇਗੀ ਨਾ, ਉਹਨੇ ਤੇ ਸਾਰੀਆਂ ਚੀਜ਼ਾਂ ਸਾੜ ਦੇਣੀਆਂ, ਜਿਹੜੀਆਂ ਰੱਖਣੀਆਂ ਨੇ ਉਹ ਵੀ ਸਾੜ ਦੇਣੀਆਂ, ਜਿਹੜੀਆਂ ਕਬਾੜ ਹੈ ਉਹ ਤੇ ਉਹਨੇ ਸਾੜ ਨਹੀਂ ਹੈ, ਉਹਨੇ ਜਿਹੜੀਆਂ ਲੋੜ ਦੀਆਂ ਚੀਜ਼ਾਂ ਵੀ ਸਾੜ ਦੇਣੀਆਂ ਨੇ। ਪਰ ਜਿਹੜੀ ਨਾਮ ਦੀ ਅੱਗ ਹੈ, ਪ੍ਰੇਮ ਦੀ ਹੈ, ਜਿਹੜੇ ਬੰਦੇ ਦੇ ਜੀਵਨ ਨੂੰ ਲੱਗ ਜਾਂਦੀ ਹੈ, ਉਹਦੇ ਜੀਵਨ ਦੇ ਵਿੱਚੋਂ ਪਾਪ ਨੂੰ ਸਾੜਦੀ ਏ। ਸ਼ੁਭ ਜਿਹੜੇ ਗੁਣ ਨੇ ਉਹਨਾਂ ਨੂੰ ਨਹੀਂ ਸਾੜਦੇ, ਉਹ ਵਿੱਚੋਂ ਬਚ ਜਾਂਦੇ ਨੇ, ਉਹਨਾਂ ਨੂੰ ਅਗਨੀ ਨਹੀਂ ਪਾਉਂਦੀ, ਉਹ ਬਚ ਜਾਂਦਾ ਹੈ, ਸ਼ੁੱਧ ਬਚ ਜਾਂਦਾ ਹੈ ਤੇ ਅਸ਼ੁੱਧ ਸੜ ਜਾਂਦਾ ਹੈ। ਨਿਰਮਲਤਾ ਬਚ ਜਾਂਦੀ ਹੈ ਤੇ ਮੈਲ ਸੜ ਜਾਂਦੀ ਹੈ, ਖੋਟ ਸੜ ਜਾਂਦਾ ਹੈ ਤੇ ਸੋਨਾ ਬਚ ਜਾਂਦਾ ਹੈ।
बस वो जिहड़ा बचिया होया है उन्होंने गुरु साहब ने कहा यह नाम है, उन्होंने कहा जोत स्वरूप। वो ही नाम का असली स्वरूप अखीरला एंड है, जिन्हों तुसी पूरी तरह कह सकते हो भी आह नाम है। उहदे तो पहला नाम दियाँ सिर्फ अवस्थावां ने, उन्हां दे विचों लंघ के सिख अगे जांदा है। इस करके सारी लकड़ विच जिवें अग्नि, इस तरह सारियां दे विच कलगियां वाले पातशाह कहंदे सर्बं ख्याता, मैं जदों सारे जगत वल वेखना सारियां दे विचों तू मैनू प्रगट हो के मेरे नाल गल कर रहा है, मेरे नाल बोल रहा है, तू मेरे वल वेख रहा है। इसलिए एक बड़ी वड्डी परंपरा चली सिख जगत के अंदर, शायद किसी होर जगत विच होवेगी। वो परंपरा सी गुरु नानक ने चलाई, वो परंपरा सी साध संगत पिता ने भेजिया सी सौदा लैण लई भी दुकान करनगे ते मुड़े सन वापस लैके राह विच वंडना शुरू कर दिता, वरता दिता। ये क्यों होया? क्योंकि जदों लैके लंघ रहे सन जिहड़े शरीर दिसे उन्हां विचों प्रगट परमात्मा दे दीदार होए, दिस पिया। जदों दिसिया उन्होंने किसी बंदे नूं भोजन नहीं छकाया, मिथ के नहीं छकाया, उन्होंने तो अपने जिहड़ा उहदां विचों प्रगट हो रहा सी अकाल पुरख वैगुरू उहनूं प्रशादा छका दिता, उहनूं भोजन छका दिता। संगत विच प्रशादे दा लंगर दा यही सिद्धांत है कि किसी तरह इहनूं वरताउंदियां वरताउंदियां विचों दिस पए इन्हां दे जिन्हां नूं मैं वरता रहा है, इन्हां दे विचों किते नज़र आ जाए कोई लाट निकलदी होई, कोई तरंग निकलदी होई दिस पए, इन्हां शरीरां दे विचों प्रगट हो के इनू दिस पै कुछ ना कुछ। तां क्या है गुरु कलगियां वाले पातशाह तां ही कहंदे सर्बं ख्याता, प्रगट हो के दीदार दे रहे हैं। फिर कहंदे सर्बं ज्ञाता, ज्ञाता दे अर्थ ने ज्ञात रखण वाला, जानन वाला। सर्बं सारियां दे हिरदे दी क्रिया नूं जानन वाला है। उन्हां दे अंदर जो कुछ चल रहा है, जो कुछ वापर रहा है, जिहड़े ख्यालात आ रहे ने उन्हां नूं तू नालों नाल सुनी जा रहा। तू अंतरजामी है, अंदर दी जानन वाला है। तेरे तो की आदमी, की पंछी, की कीड़े, की मकौड़े, ये नहीं कल्ले बंदियां दी गल सुनदा नहीं, ये तो साडी अपनी बनाया होया ज्ञान है कि सिर्फ आदमियों की भाषा है। नहीं, भाषा तो सारे जीवां दे कोल है, वखरी वखरी है। तो बंदे ने अपने हंकार ही बनाए ने जी, ये बस देवता है, बाकी ते जूना गधे, ये सब। ये उच्चा तां है, गुरु साहब ने कहा भी अवर जोन तेरी पनहारी, इस धरती मैं तेरी सिखदारी। उच्चा ये आदमी तां है जे आदमियां वाले काम करदा है, जे आदमियां वाले काम ही इहदे कोल नहीं तो फिर किवें उच्चा होया? फिर तो बड़ी पशु परेत त्रिगत जोन ते बुरी इस देह नूं कहा, सारियां तो भैड़ी देह बंदे दी है जे बंदियां वाले काम नहीं करदा। जिहड़ी वडियाई दिती है इस देह नूं वो तां है कि इस उस मार्ग दे उत्ते तुरे, फिर तां ये है उच्चा। जे ये ठीक ना चलिया फिर तो साध संगत घर विच बझियां हुई मझां तो भी इहदा हालात नीवीं है, उन्हां तो भी नीवां डिग पिया। फिर तो गुरु साहब कहंदे जिहड़ा तू पालतू कुत्ता रखिया है शायद वो तेरे तो अगे निकल जाए, फिर तू उन्हां दे बराबर भी तू नहीं जा सकिया। इसलिए कहंदे जिन्ने भी जीव ने उन्हां दे अंदर जिहड़ी जिहड़ी भावना है, जिहड़े जिहड़े विचार उठदे ने, सारियां दे अंदर दी हर एक भावना नूं, अरदास नूं, बेनती नूं तू सदैव काल वास्ते जान रहा है, समझ रहा है। इस करके तू सर्बं ज्ञाता। फिर कहंदे सर्बं हरता, हरता दे अर्थ ने वैसे हरन दे अर्थ ने चोरी करने। सर्बं हरता, सारियां दे शरीर दे विचों, सारियां दे जीवन दे विचों तू दुखां नूं चोरी करन वाला है।
चोरी कर लैनी। ये बहुत ख्याल रखना। तुसी कदी वेखोगे, ध्यान देना, कदी देखोगे जिहड़ा साडा शरीर है ना, तो ये हर रोज़ कई ऐसे रोग पैदा होंदे जिन्हां दा सानू कोई पता नहीं। जे तुसी चाहे चैकअप कराउण लग जाओ तो बड़ा कुछ निकलेगा विचों। वो ਇਹਦੇ ਵਿੱਚ पैदा ਹੁੰਦੇ ਨੇ ਤੇ ਅਕਾਲ ਪੁਰਖ ਨਾਲੋਂ ਨਾਲ ਉਹਨਾਂ ਨੂੰ ਹਰਤਾ ਚੋਰੀ ਕਰ ਲੈਂਦਾ, ਬੰਦੇ ਦੇ ਸਰੀਰ ਵਿੱਚੋਂ ਕੱਢ ਲੈਂਦਾ ਉਹਨੂੰ ਬਚਾਉਣ ਵਾਲੀ। ਜਿੰਨਾ ਚਿਰ ਉਹਨੇ ਬਚਾਉਣਾ ਹੈ, ਤਾਂ ਹੀ ਸਾਹਿਬ ਕਹਿੰਦੇ ਨਾ, ਜਿਹਨੂੰ ਉਹ ਬਚਾਉਣਾ ਚਾਹੁੰਦਾ ਹੈ ਉਹਨੂੰ ਕੋਈ ਮਾਰ ਨਹੀਂ ਸਕਦਾ। ਹੁਣ ਰੋਗ ਤੇ ਸਾਰਿਆਂ ਸਰੀਰਾਂ ਵਿੱਚ ਸਾਧ ਸੰਗਤ ਬਣਦੇ ਨੇ। ਜਿਹੜੇ ਰੋਗ ਇੱਕ ਬੰਦੇ ਨੂੰ ਮਾਮੂਲੀ 2 ਮਿੰਟਾਂ ਵਿੱਚ ਖਤਮ ਕਰ ਦਿੰਦੇ, ਉਹ ਸਾਰਿਆਂ ਵਿੱਚ ਹੀ ਬਣਦੇ ਨੇ ਰੋਗ। ਪਰ ਜਿਹਨੂੰ ਉਹਨੇ ਬਚਾਉਣਾ ਹੁੰਦਾ, ਉਸ ਨਾਲੋਂ ਨਾਲ ਉਹਨਾਂ ਰੋਗਾਂ ਨੂੰ ਹਰਨ ਕਰੀ ਜਾਂਦਾ, ਖੋਈ ਜਾਂਦਾ, ਖਤਮ ਕਰੀ ਜਾਂਦਾ। ਉਹਨੂੰ ਉਹਨੇ ਜਿੰਦਾ ਰੱਖਣਾ ਹੈ। ਤੇ ਜਿਸ ਨੂੰ ਉਹਨੇ ਨਹੀਂ ਰੱਖਣਾ, ਸਾਧ ਸੰਗਤ ਉਹਦੇ ਉਹ ਰੋਗ ਥੋੜ੍ਹੇ ਜਿਹੇ ਘਟਾਉਣੇ ਘੱਟ ਕਰਦਾ, ਇਹਦੇ ਨਾਲ ਉਹਦੀ ਸਮਾਪਤੀ ਹੋ ਜਾਂਦੀ ਹੈ। ਇਸ ਕਰਕੇ ਸਰਬੰਗ ਹਰਤਾ ਸਾਰਿਆਂ ਦੇ ਦੁੱਖਾਂ ਨੂੰ, ਰੋਗਾਂ ਨੂੰ ਚੋਰੀ ਕਰ ਲੈਂਦਾ ਹੈ, ਯਾਨੀ ਕਿ ਦੁੱਖਾਂ ਨੂੰ ਖੋਹ ਲੈਂਦਾ ਹੈ ਤੇ ਸੁੱਖ ਉਹਨਾਂ ਨੂੰ ਪ੍ਰਦਾਨ ਕਰਦਾ ਹੈ। ਸਰਬੰਗ ਕਰਤਾ ਸਾਰਿਆਂ ਨੂੰ ਬਣਾਉਣ ਵਾਲਾ ਹੈ, ਸਾਰਿਆਂ ਦਾ ਕਰਤਾ ਹੈ। ਇਹ ਵੀ ਉਹਦੇ ਵਿੱਚ ਇੱਕ ਗੁਣ ਕਹਿੰਦੇ ਸਰਬੰਗ ਪ੍ਰਾਣੰ। ਪ੍ਰਾਣ ਕਹਿੰਦੇ ਨੇ ਸਵਾਸਾਂ ਨੂੰ। ਆ ਜਿਹੜੇ ਸਵਾਸ ਅਸੀਂ ਲੈ ਰਹੇ ਹਾਂ ਨਾ, ਇਹਨੂੰ ਕਹਿੰਦੇ ਨੇ ਪ੍ਰਾਣ। ਪ੍ਰਾਣ ਦੇ ਅਰਥ ਜਿੰਦ ਵੀ ਨੇ। ਕਵਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ। ਪ੍ਰਾਣ ਦੇ ਅਰਥ ਇਸ ਜਿਹੜੇ ਅਸੀਂ ਸਵਾਸ ਲੈ ਰਹੇ ਹਾਂ, ਇਹਨਾਂ ਦੇ ਵਿੱਚ ਇੱਕ ਹੋਰ ਮਿਕਸ ਚੀਜ਼ ਹੈ, ਉਹਨੂੰ ਕਹਿੰਦੇ ਨੇ ਪ੍ਰਾਣ ਸ਼ਕਤੀ, ਪ੍ਰਾਣਾਂ ਦੀ ਤਾਕਤ। ਇੱਕ ਤੇ ਆਕਸੀਜਨ ਆ ਰਹੀ ਹੈ ਨਾ, ਹਵਾ, ਇਹ ਫੇਫੜਿਆਂ ਵਿੱਚ ਜਾਂਦੀ ਹੈ, ਬਾਹਰ ਨਿਕਲ ਜਾਂਦੀ, ਫਿਰ ਆਉਂਦੀ। ਇਹ ਤੇ ਹਵਾ ਹੈ ਸਿਰਫ। ਇਹ ਇਕੱਲਾ ਬੰਦੇ ਨੂੰ ਜਿੰਦਾ ਨਹੀਂ ਰੱਖ ਸਕਦੇ। ਹਵਾ ਜਿਹੜੀ ਹੈ, ਜੇ ਹਵਾ ਜਿਉਂਦੇ ਰੱਖਣੀ ਹੁੰਦੀ ਤੇ ਜਦੋਂ ਆਦਮੀ ਮਰਦਾ ਹਵਾ ਤੇ ਉਦੋਂ ਵੀ ਹੁੰਦੀ ਇੱਥੇ ਸਪੇਸ ਵਿੱਚ, ਫਿਰ ਉਹ ਸਵਾਸ ਕਿਉਂ ਨਹੀਂ ਚੱਲਦੇ? ਹਵਾ ਇਕੱਲੀ ਨਹੀਂ ਉਹਨੂੰ ਜਿੰਦਾ ਰੱਖ ਸਕਦੀ, ਨਹੀਂ ਤੇ ਆਕਸੀਜਨ ਦਾ ਜਿਹੜਾ ਉੱਤੇ ਚੜਾ ਦਿੰਦੇ ਨੇ, ਫਿਰ ਉਹ ਬੰਦੇ ਨੂੰ ਜਿੰਦਾ ਰੱਖੇ। ਕਿੰਨਾ ਚਿਰ ਰੱਖਦਾ? ਬੜਾ ਜ਼ੋਰ ਲਾਉਂਦੇ ਨੇ। ਉਹ ਵੈਸੇ ਹੀ ਪੰਪ ਜਿਹਾ ਮਾਰੀ ਜਾਂਦੇ ਨੇ, ਜਿਵੇਂ ਟਿਊਬ ਦੇ ਵਿੱਚੋਂ ਹਵਾ ਦਿਸਦੀ ਆਉਂਦੀ ਜਾਂਦੀ, ਹੋਰ ਕੁਝ ਨਹੀਂ ਹੁੰਦਾ ਉੱਥੇ। ਪ੍ਰਾਣ ਕਮਜ਼ੋਰ ਪੈ ਗਿਆ। ਪ੍ਰਾਣ ਜਵਾਬ ਦੇ ਗਿਆ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਜਿਨ੍ਹਾਂ ਦੇ ਸ਼ਬਦ ਪ੍ਰਾਣਾਂ ਵਿੱਚ ਵਸ ਗਿਆ, ਜਿੰਦ ਵਿੱਚ ਚਲਾ ਗਿਆ, ਅੰਦਰ ਨੂੰ ਗਹਿਰੇ ਥਾਂ 'ਤੇ ਸ਼ਬਦ ਦਾ ਨਿਵਾਸ ਹੋ ਗਿਆ, ਫਿਰ ਉਹਨਾਂ ਦਾ ਆਉਣ ਜਾਣ ਨਹੀਂ। ਸਾਰਿਆਂ ਦੇ ਵਿੱਚ ਤੂੰ ਪ੍ਰਾਣ ਬਣ ਕੇ ਬੈਠਾ ਹੋਇਆ, ਜਿੰਦ ਬਣ ਕੇ ਬੈਠਾ ਹੈ, ਸਾਰਿਆਂ ਦਾ ਪ੍ਰਾਣ ਹੈ। ਫਿਰ ਕਹਿੰਦੇ ਸਰਬੰ ਤ੍ਰਾਣੰ। ਤ੍ਰਾਣ ਦੇ ਅਰਥ ਨੇ ਸ਼ਕਤੀ। ਸਾਰਿਆਂ ਸਰੀਰਾਂ ਦੇ ਵਿੱਚ ਜਿਹੜੀ ਸ਼ਕਤੀ ਹੈ ਨਾ, ਉਹ ਤੂੰ ਹੀ ਹੈ। ਤਾਕਤ ਦਿੱਤੀ ਹੋਈ ਹੈ ਭੁਜਾਵਾਂ ਦੇ ਵਿੱਚ, ਪੈਰਾਂ ਵਿੱਚ, ਅੱਖਾਂ ਵਿੱਚ। ਆ ਥੋੜ੍ਹਾ ਜਿਹਾ ਘਟ ਜਾਏ, 5 ਤੱਤ ਨੇ ਨਾ ਸਾਡੇ ਸਰੀਰ ਵਿੱਚ। ਅਗਨੀ ਹੈ, ਥੋੜ੍ਹੀ ਜਿਹੀ ਅਗਨੀ ਘਟ ਗਈ, ਹੱਥ ਪੈਰ ਠੰਡੇ ਹੋਣੇ ਸ਼ੁਰੂ ਹੋ ਗਏ, ਆਦਮੀ ਡਿੱਗ ਪਿਆ। ਤ੍ਰਾਣ ਘਟ ਗਿਆ, ਤੱਤ ਘਟ ਗਿਆ। ਇੱਕ ਪਾਣੀ ਘਟ ਗਿਆ ਤਾਂ ਵੀ ਡਿੱਗ ਪਿਆ ਸਰੀਰ, ਸ਼ਕਤੀ ਘਟ ਗਈ। ਆਕਸੀਜਨ ਘੱਟ ਮਿਲੀ, ਹਵਾ ਘੱਟ ਮਿਲੀ, ਫਿਰ ਵੀ ਡਿੱਗਣ ਲੱਗ ਪਿਆ। ਇਹ ਸਾਰੇ ਤੱਤ ਨੇ, ਇਹ ਤੂੰ ਹੀ ਹੈ। ਇਹਨਾਂ ਤੱਤਾਂ ਦੇ ਵਿੱਚ ਤੇਰੀ ਸ਼ਕਤੀ ਕੰਮ ਕਰ ਰਹੀ ਹੈ, ਤ੍ਰਾਣ ਕੰਮ ਕਰ ਰਿਹਾ, ਤੂੰ ਹੀ ਵਿੱਚ ਸਰੀਰ ਦੇ ਚੱਲਣਾ ਹੈ। ਫਿਰ ਕਹਿੰਦੇ ਸਰਬੰ ਕਰਮੰ। ਸਰਬੰ ਕਰਮੰ, ਸਰਬੰ ਧਰਮੰ। ਜਿੰਨੇ ਵੀ ਲੋਕ ਹਨ ਧਾਰਮਿਕ, ਉਹਨਾਂ ਸਾਰਿਆਂ ਦੇ ਕਰਮਾਂ ਦੇ ਵਿੱਚ ਤੂੰ ਨਿਵਾਸ ਰੱਖਣਾ। 2 ਚੀਜ਼ਾਂ ਨੇ, ਇੱਕ ਕਰਮ ਹੈ, ਇੱਕ ਧਰਮ ਹੈ। ਸਾਧ ਸੰਗਤ, ਕਰਮ ਕੀਤਿਆਂ ਧਰਮ ਤੱਕ ਜਾਈਦਾ ਹੈ, ਤੇ ਧਰਮ ਫਲ ਹੈ, ਕਰਮ ਫੁੱਲ ਹੈ। ਜੇ ਫੁੱਲ ਹੈਣ ਤੇ ਫਲ ਲੱਗੇਗਾ। ਕਰਮ ਠੀਕ ਨੇ, ਧਰਮ ਤੱਕ ਜਾਵਾਂਗੇ। ਕਰਮ ਰਸਤਾ ਹੈ, ਧਰਮ ਮੰਜ਼ਿਲ ਹੈ। ਕਰਮ ਜਿਹੜਾ ਹੈ ਰਾਹ ਹੈ। ਜਿਵੇਂ ਆਪਾਂ ਕਰਮ ਕਰਨੇ ਆ ਨਾ, ਬਾਣੀ ਪੜ੍ਹਨੀ ਇਹ ਕਰਮ ਹੈ, ਕੰਮ ਹੈ ਨਾ।
सेवा करनी एक कर्म है, गुरु घर आना एक कर्म है, ਜਾਂ ਲੰਗਰ ਵਰਤਾਉਣਾ ਬਣਾਉਣਾ, ਜੋ ਵੀ ਧਰਮ ਦੇ ਅਸੀਂ ਕੰਮ ਕਰ ਰਹੇ ਇੱਕ ਕਰਮ ਨੇ। ਕਰਮ ਇੱਕ ਰਾਹ ਹੈ, ਪਰ ਇੱਕ ਗੱਲ ਖਿਆਲ ਰੱਖਣਾ, ਰਾਹ ਦੇ ਵਿੱਚ ਕੋਈ ਸਾਰੀ ਉਮਰ ਤੁਰਦਾ ਰਹੇ, ਆਵੇ ਤੇ ਚਲਾ ਜਾਏ, ਆਵੇ ਤੇ ਚਲਾ ਜਾਏ, ਜਿੱਥੇ ਜਾਣਾ ਸੀ ਉੱਥੇ ਨਾ ਗਿਆ, ਕਰਮ ਕੰਮ ਨਹੀਂ ਦੇਣਗੇ, ਕਰਮ ਕਾਂਡ ਹੋ ਜਾਣਗੇ। ਕਰਮ ਕਾਂਡ ਕਿਹਨੂੰ ਕਹਿੰਦੇ ਨੇ? ਕਰਮ ਤੇ ਕਰ ਰਿਹਾ, ਮਾੜਾ ਥੋੜ੍ਹੀ ਕਰਮ ਕੋਈ। ਬਾਣੀ ਪੜ੍ਹਨੀ ਗਲਤ ਥੋੜ੍ਹੀ ਹੈ, ਸੇਵਾ ਕਰਨੀ ਕਰਮ ਤੇ ਕਰੀ ਜਾ ਰਿਹਾ ਹੈ, ਰਾਹ ਤੇ ਤੁਰ ਰਿਹਾ ਹੈ। ਘਰੋਂ ਆਉਂਦਾ ਹੈ, ਗੁਰਦੁਆਰੇ ਦੇ ਗੇਟ ਤੋਂ ਵਾਪਸ ਮੁੜ ਜਾਂਦਾ, ਘਰੋਂ ਆਉਂਦਾ ਹੈ, ਇੱਥੋਂ ਫਿਰ ਮੁੜ ਜਾਂਦਾ ਹੈ, ਇੱਥੇ ਨਹੀਂ ਆਉਂਦਾ ਜਿੱਥੇ ਆਉਣਾ ਸੀ। ਕਰਮ ਕਰ ਰਿਹਾ ਹੈ, ਸਭ ਕੁਝ ਕਰ ਰਿਹਾ ਹੈ, ਸ਼ਬਦ ਨਾਲ ਨਹੀਂ ਜੁੜ ਰਿਹਾ, ਨਾਮ ਨਾਲ ਸਾਂਝ ਨਹੀਂ ਪਾ ਰਿਹਾ। ਇਹ ਬੰਦਾ ਕਰਮ ਕਰੀ ਜਾਂਦਾ, ਧਾਰਮਿਕ ਨਹੀਂ ਹੋਣਾ ਚਾਹੁੰਦਾ। ਇਹ ਧਰਮ ਨਹੀਂ ਹੈ, ਖਿਆਲ ਰੱਖਣਾ। ਅਸੀਂ ਕਈ ਵਾਰੀ ਕਹਿੰਦੇ ਹਾਂ ਧਾਰਮਿਕ ਬੰਦਿਆਂ ਨੂੰ ਦੁੱਖ ਬੜੇ ਨੇ, ਸਵਾਲ ਸਾਨੂੰ ਸਭ ਤੋਂ ਜ਼ਿਆਦਾ ਆਉਂਦਾ ਹੈ ਵੀ ਧਾਰਮਿਕ ਬੰਦਿਆਂ ਨੂੰ ਦੁੱਖ ਬਹੁਤੇ ਜ਼ਿਆਦਾ ਨੇ। ਪਹਿਲੀ ਗੱਲ ਤੇ ਇਹਦਾ ਮੁਲਾਂਕਣ ਕਰ ਲੈਣਾ ਚਾਹੀਦਾ, ਇਹ ਸੱਚ ਨਹੀਂ ਹੈ। ਧਾਰਮਿਕ ਬੰਦੇ ਕਹਿੰਦੇ ਬਿਮਾਰ ਵੀ ਜ਼ਿਆਦਾ ਹੁੰਦੇ ਨੇ। ਮੈਂ ਕਿਹਾ ਵੀ ਕਿੰਨੇ ਕਹਿ ਦਿੱਤਾ? ਸਿਰਫ ਅਸੀਂ ਉਸ ਬੰਦੇ ਵੱਲ ਜ਼ਿਆਦਾ ਧਿਆਨ ਕਰ ਲੈਂਦੇ ਹਾਂ ਕਿ ਗੁਰਦੁਆਰੇ ਜਾ ਰਹੇ ਬੁਖਾਰ, ਹੋਰ ਭਾਵੇਂ 10 ਨੂੰ ਚੜ੍ਹਿਆ ਹੋਵੇ ਨਾਲ, ਉਹਨਾਂ ਨੂੰ ਨਹੀਂ ਕਵਾਂਗੇ। ਮੇਰੀ ਸਮਝ ਵਿੱਚ ਆਇਆ, ਮੈਂ ਉਹਨਾਂ ਨੂੰ ਕਿਹਾ ਵੀ ਬਹੁਤੀ ਜਿੱਦ ਕਰਨ ਵਾਲੇ ਲੋਕ, ਕਹਿੰਦੇ ਨਹੀਂ ਇਹ ਹੀ ਦੁਖੀ ਨੇ ਸਾਰੇ ਗੁਰਦੁਆਰੇ ਜਾਣ ਵਾਲੇ। ਮੈਂ ਕਿਹਾ ਵੀ ਇਹ ਤੇ ਦੂਰ ਕੋਈ ਨਹੀਂ, ਤੇ ਹਿਸਾਬ ਕਰ ਲਓ ਤੁਸੀਂ ਸਿੱਧਾ, ਵੱਡਾ ਹੌਸਪੀਟਲ ਹੈ ਕੋਈ, ਉਹਦੇ ਵਿੱਚ ਚਲੇ ਜਾਓ, ਉਹਦੀ ਲਿਸਟ ਦੇਖ ਲਓ ਵੀ ਜੇ ਇੱਥੇ 1000 ਬੰਦਾ ਬਿਮਾਰ ਹੈ, ਬੈੱਡ 'ਤੇ ਹੈ, ਉਹਦੇ ਵਿੱਚੋਂ ਧਾਰਮਿਕ ਕਿੰਨੇ ਕੁ ਨੇ, ਅੰਮ੍ਰਿਤਧਾਰੀ ਕਿੰਨੇ ਨੇ? ਉੱਥੇ ਤੁਹਾਨੂੰ ਪਤਾ ਲੱਗ ਜਾਏਗਾ। ਉਹ ਸਾਰੇ 1000 ਜਿਹੜੇ ਉੱਥੇ ਬੈੱਡ 'ਤੇ ਸਾਰੇ ਅੰਮ੍ਰਿਤਧਾਰੀ ਨੇ, ਉਹ ਬਾਣੀ ਪੜ੍ਹਨ ਵਾਲੇ ਨੇ। ਉੱਥੇ 1000 ਵਿੱਚੋਂ ਤੁਹਾਨੂੰ 50-60 ਮਿਲਣਗੇ ਸਿਰਫ, ਬਾਕੀ ਤੇ ਦੂਸਰੇ ਨੇ ਸਾਰੇ। ਧਾਰਮਿਕ ਬੰਦੇ ਦੇ ਉੱਤੇ ਕੈਮਰਾ ਜ਼ਿਆਦਾ ਲੱਗਦਾ ਹੈ ਵੀ ਉਹ ਕੀ ਕਰ ਰਿਹਾ ਹੈ, ਉਹਦੀ ਪੜਚੋਲ ਜ਼ਿਆਦਾ ਕਰਦੇ ਆ ਸੰਸਾਰ ਜਿਹੜਾ, ਵੀ ਉਹਦਾ ਕੰਮ ਕਿਵੇਂ ਚੱਲ ਰਿਹਾ ਹੈ। ਇਸ ਕਰਕੇ ਉਹਦੀ ਚਰਚਾ ਬਹੁਤ ਹੋ ਜਾਂਦੀ ਹੈ। ਦੂਸਰੇ ਵੀ ਇਸ ਤੋਂ ਜ਼ਿਆਦਾ ਨੇ ਕਿਤੇ। ਇਸ ਕਰਕੇ ਕਰਮ ਤੇ ਧਰਮ। ਦੂਜੀ ਗੱਲ ਅਸੀਂ ਕਹਿੰਦੇ ਹਾਂ ਧਾਰਮਿਕ ਬੰਦੇ ਜਿਹੜੇ ਦੁੱਖ, ਗੁਰੂ ਸਾਹਿਬ ਕਹਿੰਦੇ ਨੇ ਅਜੇ ਧਾਰਮਿਕ ਹੋਏ ਨੇ, ਅਜੇ ਤਾਂ ਧਰਮ ਦੇ ਕਰਮ ਕਰ ਰਹੇ ਨੇ ਨਾ। ਦੋ ਗੱਲਾਂ ਨੇ ਨਾ, ਅਜੇ ਧਾਰਮਿਕ ਨਹੀਂ ਹੋਏ, ਅਜੇ ਧਰਮ ਦੇ ਕਰਮ ਕਰ ਰਹੇ ਨੇ, ਅਜੇ ਰਾਹ ਵਿੱਚ ਨੇ, ਅਜੇ ਉਹ ਧਾਰਮਿਕ ਨਹੀਂ ਹੋਏ। ਜਿੱਦਣ ਧਾਰਮਿਕ ਹੋ ਗਏ ਫਿਰ ਤੇ ਗੁਰੂ ਅਰਜਨ ਦੇਵ ਜੀ ਨੂੰ ਪੁੱਛੋ, ਕਹਿੰਦੇ ਤੱਤੀ ਠੰਡੀ ਤਵੀ ਜਿਹੜੀ ਹੈ ਠੰਡੀ ਲੱਗਦੀ ਹੈ, ਤਵੀ ਗਰਮ ਹੈ, ਇਹ ਠੰਡੀ ਲੱਗ ਰਹੀ ਹੈ, ਇਹਦੇ ਵਿੱਚੋਂ ਦੁੱਖ ਨਹੀਂ ਆ ਰਿਹਾ, ਕਿਉਂਕਿ ਧਰਮ ਆ ਗਿਆ ਉੱਥੇ। ਉੱਥੇ ਗਰਮ ਤੇ ਠੰਡੀ ਵਿੱਚ ਕੋਈ ਫਰਕ ਨਹੀਂ ਲੱਗਦਾ। ਇਹ ਜਿੱਥੇ ਆਪਾਂ ਜਾ ਰਹੇ ਹਾਂ ਤੇ ਉੱਥੇ ਸੋਚਦੇ ਹਾਂ ਕਿ ਸਾਡੇ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਉੱਚੇ ਹੋ ਜਾਈਏ, ਛੁੱਟ ਜਾਈਏ। ਅਜੇ ਅਸੀਂ ਪ੍ਰੈਕਟਿਸ ਵਿੱਚ ਹਾਂ, ਅਜੇ ਅਸੀਂ ਕਰਮ ਕਰ ਰਹੇ ਹਾਂ, ਅਜੇ ਧਰਮ ਤੱਕ ਗਏ ਨਹੀਂ। ਜਿੱਦਣ ਧਰਮ ਤੱਕ ਚਲੇ ਗਏ, ਜਪਜੀ ਸਾਹਿਬ ਦੀ ਇੱਕੋ ਪੰਕਤੀ ਤੁਸੀਂ ਪੜ੍ਹ ਲੈਣਾ, ਮੰਨੈ ਮੱਘ ਨਾ ਚੱਲੈ ਪੰਥ, ਮੰਨੈ ਧਰਮ ਛੇਤੀ ਸੰਬੰਧ। ਮੱਘ ਕਹਿੰਦੇ ਨੇ ਮਾਰਗ ਨੂੰ। ਇੱਕ ਮੱਘ ਦਾ ਇੱਕ ਅਰਥ ਹੈ ਮਾਰਗ, ਮਾਰਗ ਦਾ ਅਰਥ ਹੈ ਪੰਥ। ਅਜੇ ਤੁਸੀਂ ਮਾਰਗ ਵਿੱਚ ਹੋ, ਅਜੇ ਤੁਸੀਂ ਪੰਥਕ ਹੋ, ਅਜੇ ਤੁਸੀਂ ਧਾਰਮਿਕ ਨਹੀਂ ਹੋਏ। ਧਾਰਮਿਕ ਉਦਣ ਹੋਵੇਗੀ ਜਿੱਦਣ ਸੁਰਤ ਸ਼ਬਦ ਵਿੱਚ ਲੀਨ ਹੋ ਜਾਏਗੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ। ਉਦਣ ਬੰਦਾ ਧਾਰਮਿਕ ਬਣੇਗਾ, ਉਦਣ ਮੱਘ ਨਾ ਚੱਲੈ ਪੰਥ। ਉਦਣ ਉਹ ਕੇਵਲ ਪੰਥ ਤੱਕ, ਮਾਰਗ ਤੱਕ ਸੀਮਤ ਨਹੀਂ ਰਹਿੰਦਾ, ਪੰਥ ਦੀ ਵਰਤੋਂ ਕਰਕੇ ਉਹ ਧਰਮ ਤੱਕ, ਨਾਮ ਤੱਕ ਚਲਾ ਜਾਂਦਾ। ਧਰਮ ਕੀ ਹੈ? ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਧਰਮ ਨਾਮ ਹੀ ਹੈ। ਉਹਦੇ ਵਿੱਚ ਜਿੱਦਣ ਕੋਈ ਲੀਨ ਹੋ ਜਾਏ, ਫਿਰ ਕੋਈ ਕਹਿਣਾ ਆ ਕੇ ਵੀ ਅੱਜ ਇਹਨੂੰ ਦੁੱਖ ਲੱਗਾ ਹੈ, ਦੁੱਖ ਦਾ ਉੱਥੇ ਸਵਾਲ ਹੀ ਕੋਈ ਨਹੀਂ ਹੈ, ਦੁੱਖ ਦੀ ਉੱਥੇ ਸੰਭਾਵਨਾ ਹੀ ਕੋਈ ਨਹੀਂ। ਇਹ ਦੁੱਖ ਹੀ ਤੇ ਦੱਸ ਰਿਹਾ ਹੈ ਕਿ ਅਜੇ ਅਸੀਂ ਧਾਰਮਿਕ ਨਹੀਂ ਹੋਏ। ਇਹਦੇ ਕਰਕੇ
ਇਹ ਸਿਗਨਲ ਸਾਨੂੰ ਉਸ ਦਿਨ ਦੱਸ ਦੇਗਾ ਜਿੱਦਣ ਦੁੱਖ ਆਇਆ ਤੇ ਦੁੱਖ ਦਾ ਪ੍ਰਭਾਵ ਨਾ ਪਿਆ, ਸਮਝ ਲੈਣਾ ਅੱਜ ਧਰਮ ਹੀ ਹੋ ਗਏ। ਉਹਦੇ ਤੋਂ ਪਹਿਲਾਂ ਪਹਿਲਾਂ ਜੋ ਕੁਝ ਹੈ ਉੱਥੇ ਕਦੀ ਸੰਤੁਸ਼ਟ ਨਾ ਹੋਣਾ ਵੀ ਅਸੀਂ ਧਾਰਮਿਕ ਹਾਂ, ਤੇ ਨਾ ਕਦੀ ਗੁਰੂ ਨੂੰ ਲਾਮਾ ਦੇਣਾ ਵੀ ਅਸੀਂ ਧਾਰਮਿਕ ਹਾਂ ਤੇ ਅਜੇ ਵੀ ਅਸੀਂ ਦੁਖੀ ਹਾਂ। ਨਹੀਂ ਹੋ ਸਕਦਾ। ਇਸ ਕਰਕੇ ਦੋ ਚੀਜ਼ਾਂ ਨੇ, ਗੁਰੂ ਕਿਰਪਾ ਕਰੇ ਅਸੀਂ ਧਰਮ ਦੇ ਕਰਮ ਕਰੀਏ, ਗੁਰੂ ਕਰਾਏ ਸਾਡੇ ਤੋਂ ਸ਼ੁਭ ਕਰਮ, ਉਹ ਕਰਦੇ ਕਰਦੇ ਅਸੀਂ ਧਾਰਮਿਕ ਬਣ ਜਾਈਏ। ਫਿਰ ਅਗਲੀ ਗੱਲ ਗੁਰੂ ਜਾਣਦਾ ਵੀ ਕਿਵੇਂ ਉਹ ਦੁੱਖਾਂ ਤੋਂ ਬਚਾਉਂਦਾ ਹੈ, ਦੁੱਖਾਂ ਦੇ ਦੁੱਖ ਵਿੱਚ ਸੂਖ ਮਨਾਈ ਦੀ ਘਟਨਾ ਕਿਵੇਂ ਵਾਪਰਦੀ ਫਿਰ ਹੁੰਦਾ ਹੈ। ਇਸ ਕਰਕੇ ਕਲਗੀਆਂ ਵਾਲੇ ਕਹਿੰਦੇ ਸਰਬੰ ਕਰਮੰ, ਜਿੰਨੇ ਕਰਮ ਨੇ ਉਹ ਵੀ ਤੇਰੀ ਕਿਰਪਾ ਨਾਲ ਹੋਣਗੇ। ਕਹਿੰਦੇ ਸਰਬੰ ਧਰਮੰ, ਤੇ ਉਹਨਾਂ ਕਰਮਾਂ ਦੇ ਵਿੱਚੋਂ ਜਿਨ੍ਹਾਂ ਨੂੰ ਤੂੰ ਚੰਗੀ ਤਰ੍ਹਾਂ ਲੰਘਾ ਦੇਣਾ, ਫਿਰ ਉਹ ਧਰਮ ਦੀ ਪ੍ਰਾਪਤੀ ਕਰ ਲੈਂਦੇ ਨੇ, ਨਾਮ ਦੀ ਪ੍ਰਾਪਤੀ ਕਰ ਲੈਂਦੇ ਨੇ, ਉਹ ਆਨੰਦ ਤੱਕ ਚਲੇ ਜਾਂਦੇ ਹਨ। ਫਿਰ ਕਹਿੰਦੇ ਸਰਬੰ ਜੁਗਤਾ, ਜੁਗਤ ਦੇ ਅਰਥ ਨੇ ਤਰੀਕਾ। ਜਿਹੜਾ ਮਨੁੱਖ ਉਹਦੇ ਨਾਲ ਜੁੜ ਗਿਆ, ਬੜੀਆਂ ਜੁਗਤੀਆਂ ਉਹਦੇ ਸਾਹਮਣੇ ਆ ਜਾਂਦੀਆਂ, ਤਰੀਕੇ ਨੇ, ਢੰਗ ਨੇ ਉਹਦੇ ਕੋਲ। ਅਸਲ ਵਿੱਚ ਜੁਗਤੀ ਨਾਲ ਉਹਦੇ ਤੱਕ ਜਾਇਆ ਨਹੀਂ ਜਾ ਸਕਦਾ। ਜਦੋਂ ਕੋਈ ਚਲਾ ਜਾਂਦਾ ਹੈ ਤੇ ਜੁਗਤੀਆਂ ਦੀ ਲਾਈਨ ਲੱਗ ਜਾਂਦੀ ਉਹਦੇ ਸਾਹਮਣੇ, ਉਹ ਵਰਤ ਸਕਦਾ ਉਹਨਾਂ ਦੀ, ਜੁਗਤੀ ਨਾਲ ਜਾਇਆ ਨਹੀਂ ਜਾ ਸਕਦਾ। ਜਦੋਂ ਕੋਈ ਜੁੜ ਜਾਂਦਾ ਹੈ ਤੇ ਜੁਗਤੀਆਂ ਦੀ ਪੰਕਤੀ ਉਹਦੇ ਸਾਹਮਣੇ ਖੜੀ ਹੋ ਜਾਂਦੀ, ਜਿਹੜੀ ਮਰਜ਼ੀ ਵਰਤੋਂ ਕਰ, ਭਾਵੇਂ ਬੋਲ ਤਾਂ ਵੀ ਜੁੜ ਗਿਆ, ਭਾਵੇਂ ਨਾ ਬੋਲ ਫਿਰ ਵੀ ਜੁੜ ਗਿਆ। ਉਹਦਾ ਇੱਕ ਕਦਮ ਵੀ ਨਾਮ ਬਣ ਜਾਂਦਾ, ਉਹਦੀ ਰੋਟੀ ਖਾਣੀ ਵੀ ਜੁਗਤੀ ਬਣ ਜਾਂਦੀ, ਉਹ ਵੀ ਨਾਮ ਹੈ। ਜੇਤਾ ਬੋਲਣ ਤੇਤਾ ਧਿਆਨ, ਸਾਰਾ ਕੁਝ ਜੁਗਤੀਆਂ, ਜੁਗਤੀ ਤੋਂ ਬਿਨਾਂ ਹੈ ਹੀ ਕੋਈ ਕੰਮ ਨਹੀਂ, ਸਾਰਾ ਕੁਝ ਜੁਗਤ ਵਿੱਚ ਆ ਗਿਆ। ਐਸੇ ਮਨੁੱਖ ਦਾ ਜੀਵਨ ਜੁਗਤੀਆਂ ਬਣ ਜਾਂਦਾ ਹੈ। ਤੇ ਜੇ ਕੋਈ ਉਸ ਮਨੁੱਖ ਦੇ ਬਹੁਤਾ ਨੇੜੇ ਗਹਿਰਾ ਹੋ ਜਾਂਦਾ ਹੈ, ਉਹਦੇ ਬਹੁਤਾ ਨੇੜੇ ਲੀਨ ਹੋਣ ਦਾ ਯਤਨ ਕਰਦਾ ਹੈ, ਉਹ ਜੁਗਤੀਆਂ ਨੂੰ ਕੰਮ ਦੇ ਜਾਂਦੀਆਂ ਨੇ, ਸਹਾਇਤਾ ਮਿਲ ਜਾਂਦੀ ਹੈ, ਸਾਧਨ ਮਿਲ ਜਾਂਦਾ ਹੈ, ਪਰ ਬੜਾ ਘੱਟ ਹੁੰਦਾ ਹੈ। ਇਸ ਕਰਕੇ ਕਹਿੰਦੇ ਸਰਬੰਗ ਜੁਗਤਾ, ਸਾਰੀਆਂ ਜੁਗਤੀਆਂ ਤੇਰੀ ਕਿਰਪਾ ਵਿੱਚ ਹਨ। ਸਰਬੰਗ ਮੁਕਤਾ, ਉਹਨਾਂ ਜੁਗਤੀਆਂ ਦੇ ਰਾਹੀਂ ਸਾਰਿਆਂ ਨੂੰ ਮੁਕਤੀ ਮਿਲਣੀ ਹੈ ਵੀ ਤੇਰੀ ਕਿਰਪਾ ਹੈ। ਮੁਕਤੀ ਦਾ ਅਰਥ ਹੈ ਛੁੱਟ ਜਾਣਾ ਦੁੱਖਾਂ ਤੋਂ, ਪਾਪਾਂ ਤੋਂ ਛੁੱਟ ਜਾਣਾ। ਔਰ ਇਹ ਦੋ ਹੀ ਮੂਲ ਸਮੱਸਿਆਵਾਂ ਹਨ ਜੀਵਨ ਦੀਆਂ, ਪਾਪ ਤੇ ਦੁੱਖ। ਇਹ ਦੋਵੇਂ ਚੀਜ਼ਾਂ ਸੁਣਨ ਨਾਲ ਖਤਮ ਹੁੰਦੀਆਂ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤਿੰਨ ਚੀਜ਼ਾਂ, ਇਹ ਦੋ ਦੁੱਖ ਨੇ ਜੀਵਨ ਦੇ, ਪਾਪ ਤੇ ਦੁੱਖ। ਦੁੱਖ ਤੇ ਹੈ ਹੀ ਦੁੱਖ ਹੈ, ਇੱਕ ਪਾਪ ਵੀ ਦੁੱਖ ਹੈ। ਇਹ ਦੋਵੇਂ ਚੀਜ਼ਾਂ ਦੋ ਚੀਜ਼ਾਂ ਨਾਲ ਸਮਾਪਤ ਹੁੰਦੀਆਂ ਨੇ। ਉਹ ਕਿਹੜੀਆਂ ਨੇ? ਇੱਕ ਵਿਗਾਸ ਤੇ ਇੱਕ ਸਰੋਤ। ਜਪਜੀ ਸਾਹਿਬ ਵਿੱਚ ਇਹ ਪੜ੍ਹਨਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਦੁੱਖ ਤੇ ਪਾਪ ਬੰਦੇ ਦੇ ਜੀਵਨ ਦੀ ਮੂਲ ਸਮੱਸਿਆ ਹੈ। ਪਾਪ ਤੇ ਦੁੱਖ ਜੁੜੇ ਹੋਏ ਨੇ। ਜਿੱਥੇ ਪਾਪ ਹੈ ਉੱਥੇ ਹੀ ਦੁੱਖ ਆਏਗਾ, ਜਿੱਥੇ ਪਾਪ ਨਹੀਂ ਉੱਥੇ ਦੁੱਖ ਦੀ ਕੋਈ, ਉਹਦਾ ਰਸਤਾ ਹੀ ਕੋਈ ਨਹੀਂ। ਜਿੱਥੇ ਮਾਂ ਹੀ ਕੋਈ ਨਹੀਂ, ਪੁੱਤਰ ਕਿਵੇਂ ਹੈ? ਪਾਪ ਹੈ ਤੇ ਦੁੱਖ ਹੈ, ਤੇ ਦੋਵੇਂ ਹਟਦੇ ਨੇ। ਗੁਰੂ ਸਾਹਿਬ ਕਹਿੰਦੇ ਪਹਿਲਾਂ ਤੇ ਵਿਗਾਸ ਨਾਲ, ਖੁਸ਼ੀ ਨਾਲ ਜਪੇ, ਖੁਸ਼ੀ ਨਾਲ ਸੁਣੇ। ਇੱਕ ਤਾਂ ਸੁਣਿਆ, ਇੱਕ ਤਾਂ ਉਹ ਸੁਣੇ ਨਾਮ ਨੂੰ, ਬਾਣੀ ਨੂੰ, ਤੇ ਕੱਲਾ ਸੁਣੇ ਨਾ। ਇਹ ਤੇ ਕੋਈ ਮਜਬੂਰੀ ਵੀ ਹੋ ਸਕਦੀ ਸੁਣਨਾ, ਕਿਸੇ ਨੇ ਕਹਿ ਦਿੱਤਾ ਇੰਨਾ ਚਿਰ ਸੁਣ ਤਾਂ ਤੂੰ ਬਚੇਗਾ, ਇਹ ਹੋਰ ਗੱਲ ਹੈ। ਨਹੀਂ, ਚਾਉ ਨਾਲ ਸੁਣਨਾ, ਖੁਸ਼ੀ ਨਾਲ ਸੁਣਨਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੋ ਇਹਨਾਂ ਬਚਨਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਇਸ ਤਰ੍ਹਾਂ ਦੀ ਬਖਸ਼ਿਸ਼ ਕਰਦੇ ਨੇ। ਆਓ 1-2 ਮਿੰਟ ਵਾਸਤੇ ਗੁਰੂ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ, ਫਿਰ ਸਮਾਪਤੀ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।